ਇਮੀਗ੍ਰੇਸ਼ਨ ਬਹੁਤ ਹੀ ਵਾਸਟ ਫੀਲਡ ਹੈ ਵੀਰ ਜੀ। ਜੇ ਆਪਾਂ ਇੱਕ ਟਾਈਪ ਨੂੰ ਜਾਂ ਕੈਟਾਗਰੀ ਨੂੰ ਲੈ ਕੇ ਚੱਲੀਏ ਉਹਦੇ ਵਿੱਚ ਕਈ ਅੱਗੇ ਸਬ ਕੈਟਾਗਰੀਜ਼ ਆ ਜਾਂਦੀਆਂ ਨੇ ਜੀ। ਬਟ ਜੇ ਬ੍ਰੌਡਲੀ ਆਪਾਂ ਦੇਖੀਏ ਇਹਨਾਂ ਦਾ ਵਰਣਨ ਕਰੀਏ ਤੇ 4 ਮੇਜਰ ਤਰ੍ਹਾਂ ਦੀਆਂ ਇਮੀਗ੍ਰੇਸ਼ਨ ਆ ਜਾਂਦੀਆਂ ਨੇ ਇੱਥੇ। LMIA ਇਸ਼ੂ ਹੀ ਉਦੋਂ ਹੁੰਦੀ ਆ ਜਦੋਂ ਉਹਨਾਂ ਨੂੰ ਇੱਥੇ ਐਲੀਜੀਬਲ ਕੈਂਡੀਡੇਟਸ ਨਹੀਂ ਮਿਲਦੇ ਜੀ। ਸੋ ਓਵਰਸੀਜ਼ ਐਪਲੀਕੈਂਟਸ ਵੀ ਅਪਲਾਈ ਕਰ ਸਕਦੇ ਨੇ ਐਂਡ ਵਾਂਸ LMIA ਇਜ਼ ਅਪਰੂਵਡ ਫਿਰ ਉਹ ਵਰਕ ਪਰਮਿਟ ਐਪਲੀਕੇਸ਼ਨ ਅਪਲਾਈ ਕਰਦੇ ਨੇ। ਕੋਵਿਡ ਦੇ ਟਾਈਮ ਦੇ ਵਿੱਚ ਅਗਸਤ 2020 ਦੇ ਵਿੱਚ ਇਹਨਾਂ ਨੇ ਪਾਲਿਸੀ ਅਨਾਉਂਸ ਕੀਤੀ ਸੀਗੀ ਜਿਹਦੇ ਵਿੱਚ ਜਿਹੜੇ ਵਿਜ਼ਿਟਰਸ ਆਏ ਨੇ ਕੈਨੇਡਾ ਦੇ ਵਿੱਚ ਉਹ ਆਨਲਾਈਨ ਐਪਲੀਕੇਸ਼ਨ ਸਬਮਿਟ ਕਰ ਸਕਦੇ ਨੇ ਇਫ ਦੇ ਹੈਵ ਅਪਰੂਵਡ LMIA। ਵਨ ਆਫ ਦ ਕੈਟਾਗਰੀ ਆ AINP ਦੀ ਵਿਚ ਇਜ਼ ਕਾਲਡ AAIP ਰਾਈਟ ਨਾਓ। ਇਸ ਸਟਰੀਮ ਦੇ ਵਿੱਚ ਜਿਹੜਾ ਕਿ ਅਲਬਰਟਾ ਦਾ ਸਟੂਡੈਂਟ ਉਹ 6 ਮਹੀਨੇ ਦੇ ਬਾਅਦ ਫਾਈਲ ਲਗਾ ਸਕਦਾ ਜੇ ਉਹ ਆਪਣੀ ਫੀਲਡ ਆਫ ਸਟੱਡੀ ਤੇ ਫੀਲਡ ਆਫ ਵਰਕ ਮੈਚ ਕਰ ਲੈਂਦਾ। ਇੰਟਰਨੈਸ਼ਨਲ ਸਟੂਡੈਂਟਸ ਆਪਣੀ ਪੜ੍ਹਾਈ ਖਤਮ ਕਰਨ ਤੋਂ ਬਾਅਦ ਪੋਸਟ ਗ੍ਰੈਡ ਵਰਕ ਪਰਮਿਟ ਅਪਲਾਈ ਕਰਦੇ ਨੇ ਜਿਹੜਾ ਕਿ ਨਾਰਮਲੀ ਉਹਨਾਂ ਦੀ ਜੋ ਵੀ ਡਿਊਰੇਸ਼ਨ ਆਫ ਸਟੱਡੀ ਹੁੰਦੀ ਹੈ ਉਹਦੇ ਮੁਤਾਬਿਕ ਉਹਨਾਂ ਨੂੰ ਵਰਕ ਪਰਮਿਟ ਮਿਲਦਾ ਹੈ। 2020 ਦੇ ਵਿੱਚ ਇਹਨਾਂ ਨੇ ਪਰਮਨੈਂਟ ਰੈਜ਼ੀਡੈਂਸ ਫੀਸ ਵਧਾਈ ਸੀਗੀ ਤੇ ਤਕਰੀਬਨ 2 ਸਾਲ ਦੇ ਬਾਅਦ ਇਹ ਥੋੜਾ ਬਹੁਤਾ ਇਨਕਰੀਜ਼ ਕਰਦੇ ਰਹਿੰਦੇ ਨੇ ਇਮੀਗ੍ਰੇਸ਼ਨ ਫੀਸ ਦੇ ਵਿੱਚ ਟੂ ਮੈਚ ਦ ਇਨਫਲੇਸ਼ਨ। पंजाबी नैशनल टैलीविजन ते प्रोग्राम एडमिटेड आई लैके हाज़र हाँ जी। मनजीत सिंह फेरूमन वालों आप जी नूं प्यार अदब अते सत्कार भरी सत श्री अकाल सलाम नमस्ते। दोस्तों कल मैं सोशल मीडिया ते देख रहा सी कनेडियन इमीग्रेशन का पेज ते उहदे उपर एक नवा हैशटैग देखा जिथे लिखा सी इमीग्रेशन मैटरस और ये गल बिल्कुल सही टुकदी है क्योंकि इमीग्रेशन हरेक बंदे लई मैटर करती है चाहे वह कैनेडा विच किसी भी स्टेटस वजों रहिंदा होवे या फिर आउट ऑफ कैनेडा बैठा वा तो वह कैनेडा आउण दा इच्छुक आ। इसे करके अज दे इस प्रोग्राम दे विच असीं कैनेडियन इमीग्रेशन पर गलबात करांगे। गलबात करन दे लई वैस्ट स्क्वेयर इमीग्रेशन तो डायरैक्टर सुरप्रीत साडे नाल जुड़े हुए ने। आओ उन्हां दा स्वागत कर लैंदे आ। सुरप्रीत जी आयां नूं सत श्री अकाल। सत श्री अकाल वीर जी। मेरे वल्लों ते वैस्ट स्क्वेयर इमीग्रेशन वल्लों पंजाबी नैशनल टीवी दे सारे दर्शकां नूं प्यार भरी सत श्री अकाल। तो सब तो पहला सवाल कैनेडा कदों आना होया किद्दां आना होया तो इमीग्रेशन डिपार्टमेंट नूं या इमीग्रेशन सर्विसिज नूं ज्वाइन करन दा की कारण बनिया? वीर जी मैं कैनेडा 2013 ਦੇ ਵਿੱਚ ਆਈ ਸੀਗੀ ਐਜ਼ ਅ ਸਟੂਡੈਂਟ। ਮੇਰੀ ਬਹੁਤੀ ਕਹਿ ਲਓ ਕਿ ਦਾਣਾ ਪਾਣੀ ਇੱਥੇ ਲਿਖਿਆ ਸੀਗਾ। ਉੱਥੇ ਮੈਂ ਯੂਨੀਵਰਸਿਟੀ ਕੈਂਪਸ ਦੇ ਵਿੱਚ ਅਸਿਸਟੈਂਟ ਪ੍ਰੋਫੈਸਰ ਸੀਗੀ ਬਟ ਰੱਬ ਦੀ ਰਜ਼ਾ ਸੀਗੀ ਇੱਥੇ ਆਉਣ ਦੀ। ਸੋ ਮੈਂ ਇੱਥੇ 2013 ਦੇ ਵਿੱਚ ਐਜ਼ ਅ ਸਟੂਡੈਂਟ ਆਈ ਸੀਗੀ। ਕੀ ਬਾਤ ਆ। ਹਾਂਜੀ ਤੇ ਤੁਸੀਂ ਜ਼ਿਕਰ ਕੀਤਾ ਵੀ 2013 ਦੇ ਵਿੱਚ ਐਜ਼ ਅ ਸਟੂਡੈਂਟ ਆਏ। ਹਾਂਜੀ ਆਉਣਾ ਬਹੁਤਾ ਚਾਹੁੰਦੇ ਨਹੀਂ ਸੀ ਤੁਸੀਂ। ਹਾਂਜੀ ਪਰ ਵੇਖੋ ਹੁਣ ਸਬਬ ਇਹੋ ਜਿਹਾ ਬਣਿਆ ਵਾ ਕਿ ਤੁਸੀਂ ਹੋਰ ਕਈ ਫੈਮਲੀਜ਼ ਜਿਹੜੇ ਆ ਸਟੂਡੈਂਟਸ ਆ ਜਾਂ ਜਿਹੜੇ ਵਰਕਰਸ ਨੇ ਉਹਨਾਂ ਦੀ ਹੈਲਪ ਕਰ ਰਹੇ ਜੀ ਕਿ ਕਿਵੇਂ ਤੁਹਾਨੂੰ ਅਸੀਂ ਕੈਨੇਡੀਅਨ ਇਮੀਗ੍ਰੇਸ਼ਨ PR ਜਾਂ ਸਿਟੀਜ਼ਨਸ਼ਿਪ ਤੱਕ ਲੈ ਕੇ ਜਾ ਸਕਦੇ ਹਾਂ। ਹਾਂਜੀ ਸੋ ਬਹੁਤ ਵਧੀਆ ਸਟੈਪ ਚੁੱਕਿਆ ਤੁਸੀਂ। ਤੇ ਹੁਣ ਮੇਰਾ ਸਵਾਲ ਇਹ ਹੈ ਕਿ ਜਦੋਂ ਅਸੀਂ ਇਮੀਗ੍ਰੇਸ਼ਨ ਦੀ ਗੱਲ ਕਰਦੇ ਹਾਂ ਨਾ ਕੈਨੇਡੀਅਨ ਇਮੀਗ੍ਰੇਸ਼ਨ ਦੀ ਇੱਕ ਬ੍ਰੌਡਰ ਟਰਮ ਹੈ। ਹਾਂਜੀ ਤੇ ਇਮੀਗ੍ਰੇਸ਼ਨ ਕਿਹੜੀ ਤਰ੍ਹਾਂ ਦੀ ਹੁੰਦੀ ਹੈ ਸਭ ਤੋਂ ਪਹਿਲਾਂ ਇਹ ਦੱਸੋ। ਇਮੀਗ੍ਰੇਸ਼ਨ ਬਹੁਤ ਹੀ ਵਾਸਟ ਫੀਲਡ ਹੈ ਵੀਰ ਜੀ। ਜੇ ਆਪਾਂ ਇੱਕ ਟਾਈਪ ਨੂੰ ਜਾਂ ਕੈਟਾਗਰੀ ਨੂੰ ਲੈ ਕੇ ਚੱਲੀਏ ਉਹਦੇ ਵਿੱਚ ਕਈ ਅੱਗੇ ਸਬ ਕੈਟਾਗਰੀਜ਼ ਆ ਜਾਂਦੀਆਂ ਨੇ ਬਟ ਜੇ ਬ੍ਰੌਡਲੀ ਆਪਾਂ ਦੇਖੀਏ ਇਹਨਾਂ ਦਾ ਵਰਣਨ ਕਰੀਏ ਤੇ 4 ਮੇਜਰ ਤਰ੍ਹਾਂ ਦੀਆਂ ਇਮੀਗ੍ਰੇਸ਼ਨ ਆ ਜਾਂਦੀਆਂ ਨੇ ਇੱਥੇ। ਇਕਨੋਮਿਕ, ਫੈਮਿਲੀ, ਰਿਫਿਊਜੀ ਤੇ ਹਿਊਮਨ ਐਂਡ ਕੰਪੈਸ਼ਨੇਟ। ਜਿਹੜੀ ਜ਼ਿਆਦਾ ਬ੍ਰੌਡਰ ਕੈਟਾਗਰੀ ਆ ਜਾਂਦੀ ਹੈ ਉਹ ਇਕਨੋਮਿਕ ਕੈਟਾਗਰੀ ਹੈ ਜਿਹਦੇ ਵਿੱਚ PNPs, ਅਟਲਾਂਟਿਕ ਇਮੀਗ੍ਰੇਸ਼ਨ ਪ੍ਰੋਗਰਾਮ, ਫੈਡਰਲ ਸਕਿਲਡ ਵਰਕਰ, ਫੈਡਰਲ ਸਕਿਲਡ ਟ੍ਰੇਡ, ਕੈਨੇਡੀਅਨ ਐਕਸਪੀਰੀਅੰਸ ਕਲਾਸ, ਇਹ ਸਾਰੀ ਕੈਟਾਗਰੀਜ਼ ਇਕਨੋਮਿਕ ਇਮੀਗ੍ਰੇਸ਼ਨ ਦੇ ਵਿੱਚ ਆ ਜਾਂਦੀਆਂ ਨੇ। ਇਸ ਸਮੇਂ ਦੇ ਮੌਜੂਦਾ ਇਮੀਗ੍ਰੇਸ਼ਨ ਮਿਨਿਸਟਰ ਮਿਸਟਰ ਸ਼ੌਨ ਫਰੇਜ਼ਰ ਹਰ ਸਾਲ ਇਮੀਗ੍ਰੇਸ਼ਨ ਮਿਨਿਸਟਰ ਕੁਝ ਸਪੈਸੀਫਿਕ ਕੋਟਾ ਇਨਟੇਕ ਕੈਪ ਬਣਾਉਂਦੇ ਨੇ ਕਿ ਇਸ ਕੈਟਾਗਰੀ ਦੇ ਵਿੱਚ ਕਿੰਨੇ ਇਮੀਗ੍ਰੈਂਟਸ ਆਣਗੇ, ਇਸ ਕੈਟਾਗਰੀ ਦੇ ਵਿੱਚ ਕਿੰਨੇ ਆਉਣਗੇ। ਸੋ ਉਸ ਕੋਟੇ ਨੂੰ ਮੀਟ ਕਰਨ ਲਈ ਉਹ ਇਨਟੇਕ ਨੂੰ ਮੀਟ ਕਰਨ ਲਈ ਉਹ ਕੁਛ ਨਾ ਕੁਛ ਪਬਲਿਕ ਪਾਲਿਸੀਜ਼ ਬਣਾਉਂਦੇ ਰਹਿੰਦੇ ਨੇ ਟੂ ਮੀਟ ਦ ਇਮੀਗ੍ਰੇਸ਼ਨ ਗੋਲਸ। ਜਿਵੇਂ ਰੀਸੈਂਟਲੀ ਤੁਸੀਂ ਦੇਖਿਆ ਹੋਏਗਾ ਕਾਫੀ ਇਹਨਾਂ ਨੇ ਨਵੀਆਂ ਅਪਡੇਟਸ ਕੀਤੀਆਂ। ਕੋਵਿਡ ਦਾ ਕਰਕੇ ਇਹਨਾਂ ਨੇ ਬਹੁਤ ਇਮੀਗ੍ਰੇਸ਼ਨ रूल्स ਜਿਹੜੇ ਨੇ ਲੀਨੀਅੰਟ ਕਰਤੇ ਸੀ ਸੋ ਦੈਟ ਸਟੂਡੈਂਟ ਵਰਕਰਸ ਜਾਂ ਦੂਜੇ ਜਿਹੜੇ ਇੰਟਰਨੈਸ਼ਨਲ ਨੈਸ਼ਨਲਸ ਨੇ ਫੋਰਨ ਨੈਸ਼ਨਲਸ ਨੇ ਉਹਨਾਂ ਵਾਸਤੇ ਜਿਹੜੀ ਇਮੀਗ੍ਰੇਸ਼ਨ ਥੋੜੀ ਈਜ਼ੀ ਹੋ ਜਾਵੇ। ਬਿਲਕੁਲ
ਤੇ ਮੈਂ ਹੁਣ ਜਾਣਨਾ ਚਾਹੂੰਗਾ ਕਿਉਂਕਿ ਇੱਕ ਨਾ ਬਹੁਤ ਵੱਡੀ ਕੈਟਾਗਰੀ ਆ ਜਿਹਨੂੰ ਆਪਾਂ ਕਹਿ ਦਿੰਦੇ ਆ ਡਾਇਰੈਕਟ ਪੀਆਰ ਲੈਂਦੇ ਲੋਕੀ ਪੁਆਇੰਟਸ ਬੇਸ ਤੇ। ਹਾਂਜੀ। ਤੇ ਉਹ ਨੈਚੁਰਲੀ ਜਿਹੜੇ ਪੜ੍ਹੇ ਲਿਖੇ ਨੇ ਭਾਵੇਂ ਉਹ ਇੰਡੀਆ ਵਿੱਚ ਬੈਠੇ ਨੇ ਜਾਂ ਕਿਸੇ ਹੋਰ ਮੁਲਕ ਦੇ ਵਿੱਚ ਨੇ, ਕੈਨੇਡਾ ਆਉਣਾ ਚਾਹੁੰਦੇ ਨੇ, ਹਾਂਜੀ, ਉਹਨਾਂ ਲਈ ਇੱਕ ਵਧੀਆ ਮੌਕਾ ਹੁੰਦਾ ਵਾ, ਪ੍ਰੋਸੈਸਿੰਗ ਟਾਈਮ ਘੱਟ ਹੁੰਦਾ ਵਾ ਔਰ ਮੈਨੂੰ ਲੱਗਦਾ ਕਿਤੇ ਨਾ ਕਿਤੇ ਖਰਚਾ ਵੀ ਘੱਟ ਜਾਂਦਾ ਉਹਨਾਂ ਦਾ। ਹਾਂਜੀ, ਹਾਂਜੀ। ਤੇ ਮੈਂ ਜਾਣਨਾ ਚਾਹਾਂਗਾ ਕਿ ਪ੍ਰੋਗਰਾਮ ਕੋਵਿਡ ਦੇ ਕਰਕੇ ਨਾ ਸਸਪੈਂਡ ਕਰ ਦਿੱਤਾ ਗਿਆ ਸੀਗਾ, ਤੇ ਇਹ ਦੁਬਾਰਾ ਪ੍ਰੋਗਰਾਮ ਜਿਹੜਾ ਵਾ ਕਦੋਂ ਸਟਾਰਟ ਕੀਤਾ ਜਾ ਰਿਹਾ, ਕੀ ਇਹਦੇ ਬਾਬਤ ਅਪਗ੍ਰੇਡਸ ਨੇ? ਹਾਂਜੀ, ਨਵੀਂ ਅਪਡੇਟਸ ਦੇ ਮੁਤਾਬਿਕ ਜਿਹੜਾ ਫੈਡਰਲ ਪੁਆਇੰਟ ਬੇਸਿਸ ਫੈਡਰਲ ਸਕਿਲਡ ਵਰਕਰ ਕਹਿ ਦਿੰਦੇ ਨੇ, ਇਹ ਵਾਲਾ ਪੁਆਇੰਟ ਸਿਸਟਮ ਓਪਨ ਕਰ ਰਹੇ ਨੇ ਜੁਲਾਈ 2022 ਇਸੇ ਸਾਲ। ਦਸੰਬਰ 2020 ਚ ਇਹਨਾਂ ਦਾ ਅਖੀਰਲਾ ਡਰਾ ਆਇਆ ਸੀਗਾ। ਸੋ ਜੋ ਇਹਨਾਂ ਦਾ 20 ਤੇ 21 ਦਾ ਕੋਟਾ ਸੀਗਾ, ਉਹਨਾਂ ਨੇ ਇੰਟਰਨੈਸ਼ਨਲ ਸਟੂਡੈਂਟਸ ਤੇ ਵਰਕਰ ਵਾਸਤੇ ਇਮੀਗ੍ਰੇਸ਼ਨ ਰੂਲਸ ਈਜ਼ੀ ਕਰਕੇ ਆਪਣਾ ਉਹ ਕੋਟਾ ਮੀਟ ਕਰ ਲਿਆ। ਸੋ ਇਸ ਸਾਲ ਉਹ ਡਰਾ ਸਿਸਟਮ ਦੁਬਾਰਾ ਰੀਓਪਨ ਕਰ ਰਹੇ ਨੇ ਸੋ ਦੈਟ ਜਿਹੜੇ ਬਾਹਰ ਜਿਹੜੇ ਐਲੀਜੀਬਲ ਕੈਂਡੀਡੇਟਸ ਨੇ ਦੇ ਆਰ ਵੇਟਿੰਗ ਫॉर द ड्रॉज, वो इस साल दे कैन गेट द इनविटेशन ਤੇ ਆਪਣੀ ਉਹ ਪੀਆਰ ਤੇ ਕੈਨੇਡਾ ਆਉਣ ਦਾ ਸੁਪਨਾ ਪੂਰਾ ਕਰ ਸਕਣ। ਸੋ ਫਿਰ ਕਹਿ ਸਕਦੇ ਹਾਂ ਜੀ ਜਿਹੜੇ ਐਲੀਜੀਬਲ ਹੈਗੇ ਆ, ਜਿਨ੍ਹਾਂ ਦੀ ਕੁਆਲੀਫਿਕੇਸ਼ਨ ਬਣਦੀ ਹੈ, ਐਕਸਪੀਰੀਅੰਸ ਬਣਦਾ ਵਾ, ਇੰਗਲਿਸ਼ ਜਿਹੜੀ ਐਫੀਸ਼ੀਐਂਸੀ ਟੈਸਟ ਹੁੰਦਾ ਉਹਦੇ ਵਿੱਚ ਰਿਕੁਆਇਰਡ ਉਹਨਾਂ ਕੋਲ ਪੁਆਇੰਟਸ ਹੈਗੇ ਨੇ, ਤਾਂ ਦੇ ਸ਼ੁੱਡ ਪ੍ਰੀਪੇਅਰ देयर ਫਾਈਲਸ। ਹਾਂਜੀ, ਡੈਫੀਨੇਟਲੀ। ਉਹਨਾਂ ਲਈ ਕੋਈ ਹਦਾਇਤਾਂ ਵੀ ਕਿ ਕਿਹੜੇ ਡਾਕੂਮੈਂਟਸ ਤਿਆਰ ਕਰਕੇ ਰੱਖਣ? ਬੇਸਿਕਲੀ ਜਿਹੜਾ ਫੈਡਰਲ ਸਕਿਲਡ ਵਰਕਰ ਦੇ ਵਿੱਚ 5 ਮੇਨ ਡਾਕੂਮੈਂਟਸ ਨੂੰ ਮੱਦੇਨਜ਼ਰ ਰੱਖ ਕੇ ਉਹਨਾਂ ਦੀ ਪ੍ਰੋਫਾਈਲ ਕ੍ਰੀਏਟ ਕੀਤੀ ਜਾਂਦੀ ਆ। ਉਹਨਾਂ ਦੀ ਐਜੂਕੇਸ਼ਨ, ਉਹਨਾਂ ਦੀ ਲੈਂਗੁਏਜ ਕੈਪੇਬਿਲਿਟੀ, ਉਹਨਾਂ ਦਾ ਵਰਕ ਐਕਸਪੀਰੀਅੰਸ ਐਂਡ ਏਜ ਇਜ਼ ਆਲਸੋ ਅ ਮੇਜਰ ਫੈਕਟਰ। ਬਟ ਜੇ ਹਸਬੈਂਡ ਐਂਡ ਵਾਈਫ ਦੇ ਕੰਬਾਈਨਡ ਸਕੋਰ ਹੋ ਜਾਣ ਸੋ ਉਹਨਾਂ ਦੇ ਸਕੋਰਸ ਦੇ ਵਿੱਚ ਇਜ਼ਾਫਾ ਹੋ ਸਕਦਾ ਆ। ਬਟ ਲਾਈਕ 2020 ਦੇ ਵਿੱਚ ਇਹ ਡਰਾ ਸਿਸਟਮ ਉਹਨਾਂ ਨੇ ਬੰਦ ਕੀਤਾ ਸੀ। ਇਨ ਦ ਮੇਨ ਟਾਈਮ there will be multiple candidates ਜਿਹੜੇ ਕਿ ਆਪਸ ਚ compete ਕਰਨਗੇ ਐਂਡ ਹੋ ਸਕਦਾ ਹੈ ਕਿ ਸਕੋਰ ਇਹਨਾਂ ਦਾ 500 ਦੇ ਲਾਗੇ ਜਾਵੇ। you never know, just a guess, ਕਿਉਂਕਿ all over the world people are waiting ਕਿ ਕਦੋਂ ਇਹ draw reopen ਹੋਵੇ and they can fulfill their dream to come to Canada। ਬਿਲਕੁਲ ਜੀ, ਇਹ ਸਕੋਰ ਹਮੇਸ਼ਾ ਲਗਾਤਾਰ ਵੱਧਦਾ ਘਟਦਾ ਰਹਿੰਦਾ ਵਾ ਤੇ ਡੈਫੀਨੇਟਲੀ ਜਿਵੇਂ ਤੁਸੀਂ ਦੱਸਿਆ ਵੀ ਕੰਪੀਟੀਸ਼ਨ ਬਹੁਤ ਹੋਏਗਾ ਕਿਉਂਕਿ ਕੋਵਿਡ ਦੇ ਸਮੇਂ ਦੌਰਾਨ ਮੌਕਾ ਨਹੀਂ ਮਿਲਿਆ ਲੋਕਾਂ ਨੂੰ। ਸੋ ਹੁਣ ਹਰ ਬੰਦਾ ਤਿਆਰ ਬੈਠਾ ਵਾ। ਤੇ ਹੁਣ ਆਪਾਂ ਅਗਲੀ ਗੱਲਬਾਤ ਕਰਦੇ ਹਾਂ ਜੀ LMIA ਬਾਰੇ। ਪਹਿਲਾਂ ਤਾਂ ਦੱਸੋ ਜਿਹੜਾ LMIA ਹੈ ਕੀ ਆ ਔਰ ਕਿੰਨੀ ਤਰ੍ਹਾਂ ਦਾ ਹੁੰਦਾ? LMIA ਦੀ ਸਭ ਤੋਂ ਪਹਿਲਾਂ ਮੈਂ ਫੁੱਲ ਫਾਰਮ ਡਿਸਕਸ ਕਰਨਾ ਚਾਹਾਂਗੀ। ਇਹ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਜੀ। LMIA ਉਦੋਂ ਕੈਨੇਡੀਅਨ ਇੰਪਲੋਇਰ ਇਸ਼ੂ, ਇਟਸ ਅ ਇੰਪਲੋਇਰ ਡਾਕੂਮੈਂਟ। ਇਹ ਉਦੋਂ ਇੰਪਲੋਇਰ ਇਸ਼ੂ ਕਰਦਾ ਆ ਜਦੋਂ ਉਹਨਾਂ ਨੂੰ ਕੈਨੇਡੀਅਨ ਪਰਮਾਨੈਂਟ ਰੈਜ਼ੀਡੈਂਸ ਜਾਂ ਸਿਟੀਜ਼ਨਸ ਉਸ ਸਪੈਸੀਫਿਕ ਕੰਮ ਵਾਸਤੇ ਨਹੀਂ ਮਿਲਦੇ। ਐਲੀਜੀਬਲ ਕੈਂਡੀਡੇਟਸ ਦੀ ਘਾਟ ਕਰਕੇ ਉਹ ਫੋਰਨ ਨੈਸ਼ਨਲ ਵਰਕਰਸ, ਇੰਟਰਨੈਸ਼ਨਲ ਵਰਕਰਸ ਨੂੰ ਹਾਇਰ ਕਰਦੇ ਨੇ ਜੀ। ਉਹ ਵਰਕਰਸ ਇੱਥੇ ਸਟੂਡੈਂਟ ਵੀ ਹੋ ਸਕਦੇ ਨੇ ਜਾਂ ਆਲਰੇਡੀ ਇੱਥੇ ਵਰਕਰ ਸਟੇਟਸ ਤੇ ਹੋ ਸਕਦੇ ਨੇ ਜਾਂ ਆਊਟਸਾਈਡ ਕੈਨੇਡਾ ਵੀ ਉਹ ਉਸ LMIA ਬੇਸਡ ਡਾਕੂਮੈਂਟ ਤੇ ਉਹ ਵਰਕ ਪਰਮਿਟ ਅਪਲਾਈ ਕਰ ਸਕਦੇ ਨੇ ਜੀ। ਹਾਂਜੀ, ਤੇ ਹੁਣ ਦੱਸੋ ਵੀ ਜਿਹੜੀ LMIA ਆ ਜਦੋਂ ਇੱਕ ਇੰਪਲੋਇਰ ਤਿਆਰ ਕਰਵਾਉਂਦਾ ਵਾ, ਜਦੋਂ ਉਹ ਦੇਖਦਾ ਵੀ ਭਾਈ ਮੈਨੂੰ ਪਾਰਟਿਕੂਲਰ ਸਕਿੱਲਸ ਦੇ ਲਈ ਜਾਂ ਪਾਰਟਿਕੂਲਰ ਜੋ ਉਹਨਾਂ ਦੀ ਜੌਬ ਰਿਕੁਆਇਰਮੈਂਟ ਆ ਉਹਦੇ ਅਕੋਰਡਿੰਗਲੀ ਇੱਥੇ ਲੇਬਰ ਸ਼ਾਰਟੇਜ ਆ, ਤੇ ਉਹ ਫਿਰ ਜਿਹੜੀ ਡਾਕੂਮੈਂਟ ਹੁੰਦਾ ਵਾ ਜਿਹਨੂੰ LMIA ਕਹਿ ਦਿੰਦੇ ਆ, ਉਹ ਕਿੰਨੇ ਸਮੇਂ ਲਈ ਵੈਲਿਡ ਹੁੰਦਾ ਜੀ? ਕੋਵਿਡ ਤੋਂ ਪਹਿਲਾਂ ਇਹ ਡਾਕੂਮੈਂਟ 6 ਮਹੀਨੇ ਦੀ ਐਕਸਪਾਇਰੀ ਡੇਟ ਨਾਲ ਆਉਂਦਾ ਸੀਗਾ। ਜਦੋਂ ਸਰਵਿਸ ਕੈਨੇਡਾ LMIA ਤੁਹਾਡੀ ਅਪਰੂਵ ਕਰ ਦਿੰਦੀ ਹੈ, ਉਹ 6 ਮਹੀਨੇ ਤੋਂ ਪਹਿਲਾਂ ਤੁਸੀਂ ਉਹਦੇ ਬੇਸਿਸ ਤੇ ਵਰਕ ਪਰਮਿਟ ਪਾਉਣਾ ਹੁੰਦਾ ਹੈ। ਕੋਵਿਡ ਦੇ ਟਾਈਮ ਦੇ ਵਿੱਚ ਇਹਨਾਂ ਨੇ 6 ਮਹੀਨੇ ਤੋਂ ਡਿਊਰੇਸ਼ਨ 9 ਮਹੀਨੇ ਦੀ ਕਰਤੀ ਕਿਉਂਕਿ ਉਹਨਾਂ ਨੂੰ ਪਤਾ ਸੀ ਕੋਵਿਡ ਦਾ ਕਰਕੇ ਇਮੀਗ੍ਰੇਸ਼ਨ ਥੋੜੀ ਈਜ਼ੀ ਕਰਨ ਵਾਸਤੇ ਕਿ ਡਿਲੇ ਹੋ ਰਹੀ ਹੈ ਪ੍ਰੋਸੈਸਿੰਗ ਦੇ ਵਿੱਚ, ਉਹਨਾਂ ਨੇ ਇਹ ਡਿਊਰੇਸ਼ਨ ਵਧਾ ਕੇ 6 ਮਹੀਨੇ ਤੋਂ 9 ਮਹੀਨੇ ਕਰਤੀ ਸੀ। ਬਟ ਰੀਸੈਂਟ ਅਪਡੇਟ ਦੇ ਮੁਤਾਬਿਕ ਇਹ ਜਿਹੜੀ ਡਾਕੂਮੈਂਟ ਹੈ ਹੁਣ 18 ਮਹੀਨੇ ਲਈ ਵੈਲਿਡ ਕਰਤਾ ਹੈ। ਸੋ ਜਦੋਂ ਵੀ ਉਹ LMIA ਅਪਰੂਵ ਹੁੰਦੀ ਹੈ ਉਸ ਤਰੀਕ ਤੋਂ ਲੈ ਕੇ 18 ਮਹੀਨੇ ਦੇ ਦੌਰਾਨ ਤੁਸੀਂ ਵਰਕ ਪਰਮਿਟ ਅਪਲਾਈ ਕਰ ਸਕਦੇ ਹੋ, which is really good। let's say ਕਿ ਜੇ ਵਰਕ ਪਰਮਿਟ ਜੇ ਆਪਾਂ ਡਿਲੇ ਵੀ ਕਰਦੇ ਆ, ਆਪਣੇ ਕੋਲ ਸਫੀਸ਼ੀਐਂਟ ਟਾਈਮ ਹੁੰਦਾ ਆ to gather the documents ਜੀ। just in case ਜੇ ਆਪਣਾ ਵਰਕ ਪਰਮਿਟ ਅਪਰੂਵ ਨਹੀਂ ਹੁੰਦਾ we can attempt to reapply as well। ਆਪਣੇ ਕੋਲ ਇੰਨਾ ਟਾਈਮ ਹੋਏਗਾ ਕਿ ਆਪਾਂ ਸੇਮ ਡਾਕੂਮੈਂਟ ਤੇ ਰੀਐਪਲੀਕੇਸ਼ਨ ਵੀ ਕਰ ਸਕੀਏ। ਦੈਟਸ ਵੰਡਰਫੁਲ ਜੀ, ਕਿਉਂਕਿ ਕਿੱਥੇ 6 ਮਹੀਨੇ ਫਿਰ 9 ਤੇ ਹੁਣ 18 ਮਹੀਨੇ। ਬਿਲਕੁਲ, ਸੋ ਲਗਭਗ 1.5 ਸਾਲ ਦਾ ਸਮਾਂ ਮਿਲ ਗਿਆ ਇੰਪਲੋਇਰ ਨੂੰ ਵੀ ਤੇ ਜਿਹੜੇ ਐਕਸਪੈਕਟੈਂਟ ਹੈਗੇ ਆ ਵੀ ਭਾਈ ਅਸੀਂ ਅਪਲਾਈ ਕਰਨਾ ਚਾਹੁੰਦੇ ਆ ਉਹਨਾਂ ਨੂੰ ਵੀ ਬਿਹਤਰ ਸਮਾਂ ਮਿਲ ਗਿਆ। ਹੁਣ ਮੈਨੂੰ ਇਹ ਦੱਸਿਓ ਵੀ ਜਿਹੜੀ ਆਪਾਂ LMIA ਦੀ ਗੱਲ ਕਰਦੇ ਆ ਤੇ ਕਈ ਲੋਕ ਹੁੰਦੇ ਆ ਜਿਹੜੇ ਕਿ ਆਊਟ ਆਫ ਕੈਨੇਡਾ ਬੈਠੇ ਨੇ, ਇੰਡੀਆ ਵਿੱਚ ਹੋ ਸਕਦੇ ਆ, ਕਿਸੇ ਹੋਰ ਮੁਲਕ ਦੇ ਵਿੱਚ ਵੀ ਹੋ ਸਕਦੇ ਨੇ, ਕਿ ਉਹ ਵੀ ਉੱਥੇ ਬੈਠੇ ਇੱਥੇ ਦੀ LMIA ਜਿਹੜੀ ਆ ਉਹ ਅਪਲਾਈ ਕਰ ਸਕਦੇ ਨੇ? ਜੇ ਯੈਸ ਤੇ ਇਹਦਾ ਪ੍ਰੋਸੀਜਰ ਕੀ ਆ ਔਰ ਪ੍ਰੋਸੈਸਿੰਗ ਟਾਈਮ ਕਿੰਨਾ ਕੁ ਲੱਗ ਜਾਂਦਾ?
हाँ जी, सो ਇੱਥੇ ਜਿਹੜੇ ਕੈਂਡੀਡੇਟਸ ਇਨਸਾਈਡ ਕੈਨੇਡਾ ਨਹੀਂ ਆ, ਲੇਕਿਨ EMPLOYER ਨੂੰ ਇੱਥੇ ਕੈਂਡੀਡੇਟਸ LMIA ਇਸ਼ੂ ਹੀ ਉਦੋਂ ਹੁੰਦੀ ਆ ਜਦੋਂ ਉਹਨਾਂ ਨੂੰ ਇੱਥੇ ਐਲੀਜੀਬਲ ਕੈਂਡੀਡੇਟਸ ਨਹੀਂ ਮਿਲਦੇ ਜੀ। ਸੋ ਓਵਰਸੀਜ਼ ਐਪਲੀਕੈਂਟਸ ਵੀ ਅਪਲਾਈ ਕਰ ਸਕਦੇ ਨੇ ਐਂਡ ਵਨਸ LMIA ਇਜ਼ ਅਪਰੂਵਡ ਫਿਰ ਉਹ ਵਰਕ ਪਰਮਿਟ ਐਪਲੀਕੇਸ਼ਨ ਅਪਲਾਈ ਕਰਦੇ ਨੇ। ਫੋਰ ਐਨ ਐਗਜ਼ਾਮਪਲ ਜਿਵੇਂ ਆਪਾਂ ਆਪਣੇ ਇੰਡੀਆ ਤੋਂ ਹੀ ਐਗਜ਼ਾਮਪਲ ਲੈ ਲਈਏ, ਸੋ ਜਦੋਂ ਆਪਣੇ ਕੋਲ LMIA ਡਾਕੂਮੈਂਟ ਆ ਗਿਆ, ਕੈਂਡੀਡੇਟ ਦਾ ਵਰਕ ਪਰਮਿਟ ਅਪਲਾਈ ਕੀਤਾ, ਹੁਣ ਜਿਵੇਂ ਤੁਸੀਂ ਪ੍ਰੋਸੈਸਿੰਗ ਟਾਈਮ ਦਾ ਕੁਐਸਚਨ ਕੀਤਾ, ਉਹ ਵੇਰੀ ਕਰਦਾ ਹੈ ਕੰਟਰੀ ਟੂ ਕੰਟਰੀ। ਰੀਸੈਂਟਲੀ ਜਿਹੜਾ ਵਰਕ ਪਰਮਿਟ ਦਾ ਟਾਈਮ ਇੰਡੀਆ ਤੋਂ ਸੀਗਾ, ਫੋਰ ਐਗਜ਼ਾਮਪਲ ਮੈਂ ਜਸਟ ਇੰਡੀਆ ਦੀ ਐਗਜ਼ਾਮਪਲ ਲੈ ਰਹੀ ਹਾਂ, ਪਹਿਲਾਂ 2 ਤੋਂ 3 ਮਹੀਨੇ ਦੇ ਵਿੱਚ ਅਪਰੂਵ ਹੋ ਜਾਂਦਾ ਸੀਗਾ ਵਰਕ ਪਰਮਿਟ, ਅਪਰੂਵ ਔਰ ਜੋ ਵੀ ਡਿਸੀਜਨ ਆਉਂਦਾ ਹੈ। ਬਟ ਕੋਵਿਡ ਦਾ ਕਰਕੇ ਸੇਮ ਵਰਕ ਪਰਮਿਟ ਐਪਲੀਕੇਸ਼ਨ ਦਾ ਪ੍ਰੋਸੈਸਿੰਗ ਟਾਈਮ ਹੁਣ 51 ਹਫ਼ਤੇ ਹੋ ਗਿਆ, ਵਿਚ ਇਜ਼ ਆਲਮੋਸਟ ਅ ਈਅਰ। ਸੋ LMIA ਦੀ ਡਿਊਰੇਸ਼ਨ 18 ਮਹੀਨੇ ਦਾ ਹੋਣਾ ਇੱਕ ਇਹ ਬੈਨੀਫਿਟ ਹੋ ਗਿਆ ਕਿ ਜੇ ਪ੍ਰੋਸੈਸਿੰਗ ਟਾਈਮ ਆਪਣਾ 1 ਸਾਲ ਹੈ, ਉਸ ਤੋਂ ਬਾਅਦ ਆਪਾਂ ਨੂੰ ਡਿਸੀਜਨ ਮਿਲ ਰਿਹਾ ਹੈ, ਸੋ ਜੇ ਡਿਸੀਜਨ ਆਪਣਾ ਨੈਗੇਟਿਵ ਵੀ ਆਉਂਦਾ ਹੈ ਦੈਨ ਵੀ ਕੈਨ ਰੀਅਪਲਾਈ। ਉਹ ਜਿਹੜਾ ਪ੍ਰੋਸੈਸਿੰਗ ਟਾਈਮ ਆ ਉਹ ਹਰ ਕੰਟਰੀ ਟੂ ਕੰਟਰੀ ਵੇਰੀ ਕਰਦਾ ਹੈ, ਕਿਸੇ ਕੰਟਰੀ ਨੂੰ ਘੱਟ ਟਾਈਮ ਲੱਗਦਾ ਹੈ, ਕਿਸੇ ਕੰਟਰੀ ਨੂੰ ਜ਼ਿਆਦਾ ਲੱਗਦਾ ਹੈ। ਸੋ ਫੋਰ ਐਗਜ਼ਾਮਪਲ ਨਿਊਜ਼ੀਲੈਂਡ ਆਸਟ੍ਰੇਲੀਆ ਤੋਂ ਟਾਈਮ ਪੀਰੀਅਡ ਥੋੜਾ ਘੱਟ ਹੁੰਦਾ ਆ, ਲੇਕਿਨ ਆਪਣੇ ਏਸ਼ੀਅਨ ਕੰਟਰੀਜ਼ ਦੇ ਵਿੱਚੋਂ ਇੰਡੀਆ ਪਾਕਿਸਤਾਨ ਤੋਂ ਟਾਈਮ ਥੋੜਾ ਜ਼ਿਆਦਾ ਹੁੰਦਾ ਹੈ ਜੀ। ਤੇ ਜਿਹੜੀ LMIA ਹੈ ਇਹਦੇ ਨਾਲ ਰਿਲੇਟਡ ਕੋਈ ਹੋਰ ਜਾਣਕਾਰੀ ਤੁਸੀਂ ਦਰਸ਼ਕਾਂ ਨਾਲ ਸਾਂਝੀ ਕਰਨਾ ਚਾਹੋ, ਕੋਈ ਨਵੀਂ ਅਪਡੇਟ ਜਾਂ ਕੋਈ ਹੋਰ ਜਾਣਕਾਰੀ? ਹਾਂਜੀ, ਕੋਵਿਡ ਦੇ ਟਾਈਮ ਦੇ ਵਿੱਚ ਅਗਸਤ 2020 ਦੇ ਵਿੱਚ ਇਹਨਾਂ ਨੇ ਪਾਲਿਸੀ ਅਨਾਉਂਸ ਕੀਤੀ ਸੀਗੀ, ਜਿਹਦੇ ਵਿੱਚ ਜਿਹੜੇ ਵਿਜ਼ਿਟਰਸ ਆਏ ਨੇ ਕੈਨੇਡਾ ਦੇ ਵਿੱਚ ਉਹ ਆਨਲਾਈਨ ਐਪਲੀਕੇਸ਼ਨ ਸਬਮਿਟ ਕਰ ਸਕਦੇ ਨੇ ਇਫ ਦੇ ਹੈਵ ਅਪਰੂਵਡ LMIA। ਉਹਨਾਂ ਨੂੰ ਫਲੈਗ ਪੋਲਿੰਗ ਕਰਨ ਦੀ ਜ਼ਰੂਰਤ ਨਹੀਂ ਹੋਏਗੀ ਜਾਂ ਉਹਨਾਂ ਨੂੰ ਆਊਟਸਾਈਡ ਵਰਕ ਪਰਮਿਟ ਅਪਲਾਈ ਕਰਨ ਦੀ ਜ਼ਰੂਰਤ ਨਹੀਂ ਹੋਏਗੀ। ਉਹ ਪਾਲਿਸੀ ਉਹਨਾਂ ਨੇ 2022 ਤੱਕ ਪਹਿਲਾਂ ਐਕਸਟੈਂਡ ਕੀਤੀ ਸੀ ਮਿਨਿਸਟਰੀਅਲ ਪਾਲਿਸੀਜ਼ ਦੇ ਮੁਤਾਬਿਕ, ਜਿਹੜੀ ਕਿ ਹੁਣ ਇਹਨਾਂ ਨੇ ਇਸ 28 ਫਰਵਰੀ ਨੂੰ ਉਹਨਾਂ ਨੇ ਰੀ-ਐਕਸਟੈਂਡ ਕਰਤੀ ਆ ਟੂ 28 ਫੈਬਰਰੀ 2023। ਕੀ ਬਾਤ ਹੈ। ਸੋ ਵਿਜ਼ਿਟਰਸ ਵਾਸਤੇ ਇੱਕ ਹੋਰ ਐਕਸਟੈਂਡਡ ਟਾਈਮ ਪੀਰੀਅਡ ਵਾਸਤੇ ਇੱਕ ਮੌਕਾ ਮਿਲ ਗਿਆ to apply for work permit while staying within Canada on visitor status। ਇਹ ਤਾਂ ਬਹੁਤ ਵਧੀਆ ਖਬਰ ਹੈ। ਹਾਂਜੀ ਬਿਲਕੁਲ, ਕਿਉਂਕਿ ਜਿਹੜੇ ਖਾਸ ਕਰਕੇ ਇੰਡੀਆ ਤੋਂ ਜਾਂ ਹੋਰ ਕਿਸੇ ਮੁਲਕ ਤੋਂ ਐਜ਼ ਅ ਵਿਜ਼ਿਟਰ ਆਉਂਦੇ ਨੇ, ਉਹ ਇੱਥੇ ਰਹਿ ਕੇ ਵੀ ਆਪਣਾ 1 ਸਾਲ ਦਾ ਜੇ ਹੋਰ ਸਮਾਂ ਉਹਨਾਂ ਕੋਲ ਵੀ, ਨਾਲੇ ਸਭ ਤੋਂ ਵੱਡੀ ਗੱਲ ਕਈ ਵਾਰੀ ਨਾ ਲੋਕਾਂ ਨੂੰ ਝਾਕਾ ਹੁੰਦਾ ਭਾਈ ਫਲੈਗ ਪੋਲ ਤੇ ਜਾਵਾਂਗਾ ਉੱਥੇ ਕੋਈ ट्रबल ना आ जाए, राइट? सो ऑनलाइन आई बिलीव इट्स अ लिटिल इजी प्रोसेस। बिल्कुल बिल्कुल, एंड मोस्ट ऑफ द टाइम ਜਿਹੜੇ ਇਮੀਗ੍ਰੇਸ਼ਨ ਆਫੀਸਰਸ ਉਹ ਪ੍ਰੈਫਰ ਵੀ ਇਹੀ ਕਰਦੇ ਨੇ ਟੂ ਸਬਮਿਟ ਦ ਐਪਲੀਕੇਸ਼ਨ ਆਨਲਾਈਨ ਰਾਦਰ ਦੈਨ ਕਿ ਤੁਸੀਂ ਬਾਰਡਰ ਤੇ ਜਾਂ ਫਲੈਗ ਪੋਲਿੰਗ ਕਰਕੇ ਤੁਸੀਂ ਕੋਈ ਵੀ ਪਰਮਿਟ ਅਪਲਾਈ ਕਰੋ। ਕੀ ਬਾਤ ਹੈ ਜੀ, ਵਾਕਈ ਇਹ ਸੁਨਹਿਰੀ ਮੌਕਾ ਵਾ ਜੀ। ਅਗਰ ਤੁਸੀਂ ਇੱਥੇ ਆਏ ਹੋਏ ਜੇ, ਭਾਵੇਂ ਕੈਨੇਡਾ ਦੇ ਵਿੱਚ ਤੁਸੀਂ ਇੰਡੀਆ ਤੋਂ ਆਏ ਜਾਂ ਕਿਸੇ ਹੋਰ ਮੁਲਕ ਤੋਂ ਆਏ ਹੋਏ ਜੇ, ਔਰ ਵਿਜ਼ਟਰ ਜੇ ਆਪਣਾ ਸਟੇਟਸ ਤੁਸੀਂ ਕਨਵਰਟ ਕਰਾਉਣਾ ਚਾਹੁੰਦੇ ਜੇ, LMIA ਲੈਣਾ ਚਾਹੁੰਦੇ ਜੇ, ਵਰਕ ਪਰਮਿਟ 'ਚ ਕਨਵਰਟ ਕਰਾਉਣਾ, ਤੇ ਵਾਕਈ ਜੀ ਤੁਹਾਨੂੰ ਫਲੈਗ ਪੋਲ ਕਰਨ ਦੀ ਲੋੜ ਨਹੀਂ ਆ। ਸਿਟ ਔਨ ਯੋਰ ਕੰਪਿਊਟਰ, ਉੱਥੇ ਐਪਲੀਕੇਸ਼ਨ ਪ੍ਰੋਸੈਸ ਕਰੋ ਤੇ ਤੁਹਾਡਾ ਰੱਬ ਰੱਖਾ ਜੀ। ਹਾਂਜੀ ਸੁਰਪ੍ਰੀਤ ਜੀ, ਮੇਰਾ ਅਗਲਾ ਸਵਾਲ ਜਿਹੜਾ ਵਾ ਉਹ ਇੰਟਰਨੈਸ਼ਨਲ ਜਿਹੜੇ ਸਟੂਡੈਂਟਸ ਆਉਂਦੇ ਨੇ ਉਹਨਾਂ ਦੇ ਸੰਬੰਧੀ ਆ। ਹਾਂਜੀ, ਕਈ ਵਾਰ ਕੀ ਹੁੰਦਾ ਵੀ ਜਦੋਂ ਅਸੀਂ ਇੰਡੀਆ ਤੋਂ ਜਾਂ ਕਿਸੇ ਹੋਰ ਮੁਲਕ ਤੋਂ ਐਜ਼ ਏ ਇੰਟਰਨੈਸ਼ਨਲ ਸਟੂਡੈਂਟ ਇੱਥੇ ਐਡਮਿਸ਼ਨ ਲੈਂਦੇ ਆ, ਹਾਂਜੀ, ਤੇ ਮਕਸਦ ਹੁੰਦਾ ਵੀ ਐਡਮਿਸ਼ਨ ਮਿਲ ਜੇ। ਹਾਂਜੀ, ਉਹ ਕਈ ਵਾਰੀ ਇੰਨਾ ਸੋਚਦੇ ਵਿਚਾਰਦੇ ਨਹੀਂ ਆ, ਐਡਮਿਸ਼ਨ ਉਹਨਾਂ ਦੀ ਮੰਨ ਲਓ ਹੋ ਜਾਂਦੀ ਆ ਕਿਊਬੈਕ 'ਚ, ਹਾਂਜੀ, ਹੋ ਜਾਂਦੀ ਅੰਟਾਰੀਓ, ਵਿਨੀਪੈਗ ਜਾਂ ਕਿਸੇ ਹੋਰ ਸੂਬੇ ਦੇ ਵਿੱਚ, ਹਾਂਜੀ, ਜਿੱਥੇ ਕਿ ਬਾਅਦ ਵਿੱਚ ਉਹਨਾਂ ਨੂੰ ਦਿੱਕਤਾਂ ਆਉਂਦੀਆਂ ਨੇ ਉਹਨਾਂ ਦੀ PR ਦੇ ਵਿੱਚ, PNP ਵਗੈਰਾ ਲਗਾਉਣ ਦੇ ਵਿੱਚ। ਬਿਲਕੁਲ, ਕੀ ਅਜਿਹੀ ਪ੍ਰੋਵੀਜ਼ਨ ਹੈਗੀ ਆ ਵੀ ਉਹ ਬੱਚੇ ਜਿਨ੍ਹਾਂ ਨੇ ਆਪਣੀ ਐਜੂਕੇਸ਼ਨ ਕਿਸੇ ਹੋਰ ਪ੍ਰੋਵਿੰਸ ਤੋਂ ਕੰਪਲੀਟ ਕੀਤੀ ਆ, ਉਹ ਅਲਬਰਟਾ ਵਿੱਚ ਆ ਜਾਣ ਤੇ ਇੱਥੇ ਉਹਨਾਂ ਦਾ ਜਿਹੜਾ ਅਗਲਾ ਪ੍ਰੋਸੈਸ ਆ ਸ਼ੁਰੂ ਹੋ ਜਾਏ, ਤੇ ਤੁਹਾਡੀ ਜਿਹੜੀ ਇਮੀਗ੍ਰੇਸ਼ਨ ਕੰਸਲਟੈਂਸੀ ਆ ਉਹ ਕਿਵੇਂ ਹੈਲਪ ਕਰ ਸਕਦੀ ਹੈ ਉਹਨਾਂ ਦੀ? ਹਾਂਜੀ ਬਿਲਕੁਲ, ਅਲਬਰਟਾ ਇਜ਼ ਵਨ ਆਫ ਦ ਪ੍ਰੋਵਿੰਸ ਜਿਹਦੇ ਵਿੱਚ ਇਮੀਗ੍ਰੇਸ਼ਨ ਲੈਣਾ ਇਜ਼ ਵੈਰੀ ਈਜ਼ੀ ਕੰਪੈਰੇਟਿਵਲੀ ਟੂ ਅਦਰ ਪ੍ਰੋਵਿੰਸਿਸ ਜੀ। ਅਲਬਰਟਾ ਓਪਰਚੁਨਿਟੀ ਸਟਰੀਮ ਜਿਹੜੀ ਕਿ ਇੱਕ ਵਨ ਆਫ ਦ ਕੈਟੇਗਰੀ ਆ AINP ਦੀ, ਵਿਚ ਇਜ਼ ਕਾਲਡ AAIP ਰਾਈਟ ਨਾਓ। ਇਸ ਸਟਰੀਮ ਦੇ ਵਿੱਚ ਜਿਹੜਾ ਕਿ ਅਲਬਰਟਾ ਦਾ ਸਟੂਡੈਂਟ ਉਹ 6 ਮਹੀਨੇ ਦੇ ਬਾਅਦ ਫਾਈਲ ਲਗਾ ਸਕਦਾ ਜੇ ਉਹ ਆਪਣੀ ਫੀਲਡ ਆਫ ਸਟੱਡੀ ਤੇ ਫੀਲਡ ਆਫ ਵਰਕ ਮੈਚ ਕਰ ਲੈਂਦਾ ਹੈ। ਠੀਕ ਹੈ, ਇਹ ਤਾਂ ਹੋ ਗਿਆ ਅਲਬਰਟਾ ਸਟੂਡੈਂਟਸ ਵਾਸਤੇ। ਬਟ ਜੇ ਹੋਰ ਇੰਟਰਨੈਸ਼ਨਲ ਸਟੂਡੈਂਟਸ ਆਪਣੀ ਪੜ੍ਹਾਈ ਕੰਪਲੀਸ਼ਨ ਤੋਂ ਬਾਅਦ ਅਲਬਰਟਾ ਦੇ ਵਿੱਚ ਮੂਵ ਹੁੰਦੇ ਨੇ, ਉਹਨਾਂ ਵਾਸਤੇ ਅਲਬਰਟਾ ਐਕਸਪ੍ਰੈਸ ਐਂਟਰੀ ਸਟਰੀਮ ਇਜ਼ ਦਾ ਆਪਸ਼ਨ। ਇਹਦੇ ਵਿੱਚ ਉਹ 1 ਸਾਲ ਦਾ ਕੈਨੇਡੀਅਨ ਐਕਸਪੀਰੀਅੰਸ ਗੇਨ ਕਰਨਗੇ, ਉਸ ਤੋਂ ਬਾਅਦ ਆਪਣੀ ਪ੍ਰੋਫਾਈਲ ਕ੍ਰੀਏਟ ਕਰ ਸਕਦੇ ਨੇ। ਇਹਦੇ ਨਾਲ ਉਹਨਾਂ ਨੂੰ 2 ਬੈਨੀਫਿਟ ਹੋਣਗੇ, ਇੱਕ ਉਹ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਵਿੱਚ ਵੀ ਕੁਆਲੀਫਾਈ ਕਰ ਸਕਦੇ ਨੇ ਐਂਡ ਉਹ ਅਲਬਰਟਾ ਐਕਸਪ੍ਰੈਸ ਐਂਟਰੀ ਦੇ ਵਿੱਚ ਵੀ ਕੁਆਲੀਫਾਈ ਕਰ ਸਕਦੇ ਨੇ। ਨੋਮੀਨੇਸ਼ਨ ਉਹਨਾਂ ਨੂੰ ਇੱਕ ਬੇਸਿਸ ਤੇ ਹੀ ਮਿਲੇਗੀ, ਈਦਰ ਅਲਬਰਟਾ ਓਪਰਚੁਨਿਟੀ ਸਟਰੀਮ ਔਰ ਅਲਬਰਟਾ ਐਕਸਪ੍ਰੈਸ ਐਂਟਰੀ ਸਟਰੀਮ, ਬਟ ਉਹਨਾਂ ਵਾਸਤੇ ਆਪਸ਼ਨਸ ਜ਼ਰੂਰ ਹੈਗੇ ਆ। ਐਂਡ ਅਲਬਰਟਾ ਇਜ਼ ਵੈਰੀ ਲੀਨੀਅੰਟ ਇਨ ਟਰਮਸ ਆਫ
ਗ੍ਰਾਂਟਿੰਗ ਨੋਮੀਨੇਸ਼ਨ आई मीन मेरा एक्सपीरियंस बहुत अच्छा रहा है जिन्ना भी मैं इमीग्रेशन का काम किया है मैं अल्बर्टा आके ही सीखा है सो AINP इज वेरी गुड and it welcomes workers and students from all provinces in fact from all over world क्या बात है बाहर बैठे भी लोकी अल्बर्टा एक्सप्रेस स्ट्रीम ਦੇ ਵਿੱਚ ਪ੍ਰੋਫਾਈਲ ਕ੍ਰੀਏਟ ਕਰਕੇ ਐਂਡ ਦੇ ਕੈਨ ਲੈਂਡ ਐਜ਼ ਅ PR ਇਨ ਅਲਬਰਟਾ ਇਟਸੈਲਫ ਬਹੁਤ ਵਧੀਆ ਗੱਲ ਹੈ ਜੀ ਅਲਬਰਟਾ ਇੱਕ ਵੈਲਕਮਿੰਗ ਸੂਬਾ ਵਾ ਜੀ ਅਗਰ ਤੁਸੀਂ ਹੋਰ ਕਿਸੇ ਸੂਬੇ ਦੇ ਵਿੱਚ ਸਟੱਡੀ ਵਗੈਰਾ ਕੀਤੀ ਜਾਂ ਉੱਥੇ ਤੁਹਾਨੂੰ ਕਿਸੇ ਵੀ ਤਰ੍ਹਾਂ ਇਮੀਗ੍ਰੇਸ਼ਨ ਨਾਲ ਰਿਲੇਟਡ ਕੋਈ ਸਮੱਸਿਆ ਆ ਰਹੀ ਆ ਤੇ ਤੁਸੀਂ ਅਲਬਰਟਾ ਦੇ ਵਿੱਚ ਸਵਾਗਤ ਹੈ ਤੁਹਾਡਾ ਜੀ ਆਇਆਂ ਨੂੰ ਸੋ ਸੁਰਪ੍ਰੀਤ ਜੀ ਹੁਣ ਸਮਾਂ ਹੋ ਚੁੱਕਿਆ ਬ੍ਰੇਕ ਦਾ ਤੇ ਬ੍ਰੇਕ ਲੈ ਲੈਂਦੇ ਆ ਤੇ ਉਸ ਤੋਂ ਬਾਅਦ ਕੁਝ ਹੋਰ ਜਿਹੜੇ ਅਹਿਮ ਮੁੱਦੇ ਨੇ ਇਮੀਗ੍ਰੇਸ਼ਨ ਨਾਲ ਸੰਬੰਧਿਤ ਉਸ ਉੱਪਰ ਵੀ ਗੱਲਬਾਤ ਹੋਵੇਗੀ ਤੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਮੈਂ ਚਾਹਾਂਗਾ ਕਿ ਦਰਸ਼ਕਾਂ ਦੇ ਨਾਲ ਆਪਣਾ ਸੰਪਰਕ ਨੰਬਰ ਤੇ ਆਪਣਾ ਪਤਾ ਉਹ ਸਾਂਝਾ ਕਰ ਦਿਓ ਜੀ ਹਾਂਜੀ ਸਾਡੀ ਇਮੀਗ੍ਰੇਸ਼ਨ ਕੰਸਲਟੈਂਸੀ ਫਰਮ ਦਾ ਨਾਮ ਹੈ ਜੀ ਵੈਸਟ ਸਕੇਅਰ ਇਮੀਗ੍ਰੇਸ਼ਨ ਸਰਵਿਸਿਜ਼ ਲਿਮਿਟਿਡ ਸਾਡਾ ਆਫਿਸ ਲੋਕੇਟਡ ਹੈ 9488 51 ਐਵੀਨਿਊ ਐਡਮਿੰਟਨ ਅਲਬਰਟਾ यूनिट नंबर 316 ईमेल एड्रेस टू रीच आउट इज़ info@wsisl.ca ਤੇ ਫੋਨ ਨੰਬਰ ਹੈ 780 433 0109 ਥੈਂਕ ਯੂ ਸੋ ਤੁਸੀਂ ਕਿਤੇ ਨਾ ਜਾਣਾ ਜੀ ਗੱਲਬਾਤ ਅਜੇ ਹੋਰ ਕਰਾਂਗੇ ਇਮੀਗ੍ਰੇਸ਼ਨ ਨਾਲ ਰਿਲੇਟਡ ਜਲਦ ਹਾਜ਼ਰ ਹੁੰਦੇ ਹਾਂ ਬ੍ਰੇਕ ਤੋਂ ਬਾਅਦ ਤੁਸੀਂ ਦੇਖਦੇ ਰਹਿਣਾ ਪ੍ਰੋਗਰਾਮ ਐਡਮਿੰਟਨ ਡਾਇਰੀ ਪ੍ਰੋਗਰਾਮ ਐਡਮਿੰਟਨ ਡਾਇਰੀ ਦੇ ਵਿੱਚ ਬ੍ਰੇਕ ਤੋਂ ਬਾਅਦ ਆਪ ਜੀ ਦਾ ਮੁੜ ਸਵਾਗਤ ਹੈ ਜੀ ਗੱਲਬਾਤ ਚੱਲ ਰਹੀ ਹੈ ਜੀ ਇਮੀਗ੍ਰੇਸ਼ਨ ਨਾਲ ਸੰਬੰਧਿਤ ਮੁੱਦਿਆਂ ਦੇ ਉੱਪਰ ਔਰ ਸੁਰਪ੍ਰੀਤ ਜੀ ਪਹੁੰਚੇ ਨੇ ਜਿਹੜੇ ਕਿ ਵੈਸਟ ਕੇਅਰ ਇਮੀਗ੍ਰੇਸ਼ਨ ਦੇ ਡਾਇਰੈਕਟਰ ਨੇ ਇਹਨਾਂ ਦਾ ਮੋਟੋ ਹੈਗਾ ਜੀ ਯੋਰ ਡ੍ਰੀਮ ਆਰ ਕਮਿਟਮੈਂਟ ਸੋ ਜਿਵੇਂ ਕਿ ਤੁਹਾਡਾ ਮੋਟੋ ਹੈਗਾ ਜੀ ਕਿ ਯੋਰ ਡ੍ਰੀਮ ਉਹਨਾਂ ਤੁਹਾਡੇ ਸੁਪਨੇ ਤੇ ਅਸੀਂ ਉਹਨਾਂ ਸੁਪਨਿਆਂ ਨੂੰ ਪੂਰੇ ਕਰਨ ਦੀ ਕੋਸ਼ਿਸ਼ ਕਰਾਂਗੇ ਹਾਂਜੀ ਸੋ ਕਿਹੜੀਆਂ ਸਰਵਿਸਿਜ਼ ਦੇ ਰਾਹੀਂ ਤੁਸੀਂ ਇਮੀਗ੍ਰੈਂਟਸ ਦੇ ਸੁਪਨੇ ਪੂਰੇ ਕਰਨ ਦੀ ਕੋਸ਼ਿਸ਼ ਕਰਦੇ ਜੀ ਹਾਂਜੀ ਸੋ ਸਾਡੀ ਇਮੀਗ੍ਰੇਸ਼ਨ ਕੰਸਲਟੈਂਸੀ ਫਰਮ ਸਾਰੇ ਤਰ੍ਹਾਂ ਦੀ ਐਪਲੀਕੇਸ਼ਨਸ ਦੇ ਵਿੱਚ ਐਕਸਪਰਟ ਹੈ ਐਂਡ ਦ ਮੇਜਰ ਕੈਟੇਗਰੀਜ਼ ਜਿਹੜੀ ਅਸੀਂ ਕਵਰ ਕਰਦੇ ਨੇ ਵਿਜ਼ਿਟਰ ਵੀਜ਼ਾ ਸਟੱਡੀ ਪਰਮਿਟ ਵਰਕ ਪਰਮਿਟ ਪਰਮਨੈਂਟ ਰੈਜ਼ੀਡੈਂਸੀ ਫੈਮਿਲੀ ਸਪਾਂਸਰਸ਼ਿਪ LMIA ਦੇ ਵਿੱਚ ਜੇ ਕਿਸੇ ਨੂੰ ਕੋਈ ਸਹਾਇਤਾ ਚਾਹੀਦੀ ਆ ਸੋ ਕਾਫੀ ਐਕਸਪੈਂਡਡ ਹੋਰਾਈਜ਼ਨ ਹੈ ਕਿਸੇ ਵੀ ਇਮੀਗ੍ਰੇਸ਼ਨ ਜਾਂ ਐਪਲੀਕੇਸ਼ਨ ਦੇ ਵਿੱਚ ਤੁਹਾਡਾ ਡਾਕੂਮੈਂਟੇਸ਼ਨ ਹੀ ਪ੍ਰੋਪਰ ਲੱਗੀ ਤੁਹਾਨੂੰ ਤੁਸੀਂ ਉਹ ਡਾਕੂਮੈਂਟੇਸ਼ਨ ਨੂੰ ਰਿਵਿਊ ਕਰਾਉਣਾ ਆ ਜੇ ਤੁਹਾਡੇ ਪਹਿਲਾਂ ਰਿਫਿਊਜ਼ਲ ਆ ਚੁੱਕੇ ਆ ਤੁਸੀਂ ਦੁਬਾਰਾ ਉਹਨੂੰ ਕਿੱਦਾਂ ਰੀਅਪਲਾਈ ਕਰ ਸਕਦੇ ਹੋ ਤੁਹਾਡੀ ਪ੍ਰੋਫਾਈਲ ਨੂੰ ਲੈ ਕੇ ਕਿਹੜੇ ਤੁਹਾਡੇ ਕੋਲ ਇਮੀਗ੍ਰੇਸ਼ਨ ਪਾਥਵੇਜ਼ ਹੋ ਸਕਦੇ ਆ ਜੀ ਅਸੀਂ ਤੁਹਾਨੂੰ ਬੈਸਟ ਗਾਈਡੈਂਸ ਦੇਵਾਂਗੇ ਐਜ਼ ਪਰ ਯੋਰ ਪ੍ਰੋਫਾਈਲ ਤੇ ਅਸੈਸਮੈਂਟ ਦੇ ਅਕੋਰਡਿੰਗ ਸੋ ਕੰਟੈਕਟ ਅਸ we are located at 9488 51st Avenue Northwest Edmonton. Email address is info@wsisl.ca. Phone number is 780-433-0109. ਸੋ ਕਹਿਣ ਦਾ ਮਤਲਬ ਕਿ ਹਰੇਕ ਤਰ੍ਹਾਂ ਦੀਆਂ ਇਮੀਗ੍ਰੇਸ਼ਨ ਸੇਵਾਵਾਂ ਲਈ ਤੁਹਾਨੂੰ ਸੰਪਰਕ ਕੀਤਾ ਜਾ ਸਕਦਾ ਹੈ ਹਾਂਜੀ ਹੁਣ ਅਗਲਾ ਸਵਾਲ ਹੈਗਾ ਜੀ ਆਪਾਂ ਬ੍ਰੇਕ ਤੋਂ ਪਹਿਲਾਂ ਗੱਲ ਕਰ ਰਹੇ ਸੀ ਇੰਟਰਨੈਸ਼ਨਲ ਸਟੂਡੈਂਟਸ ਬਾਰੇ ਹਾਂਜੀ ਜਦੋਂ ਆਪਣੀ ਸਟੱਡੀ ਕੰਪਲੀਟ ਕਰ ਲੈਂਦੇ ਆ ਫਿਰ ਉਹਨਾਂ ਨੂੰ ਮਿਲਦਾ ਹੈਗਾ ਜੀ ਪੋਸਟ ਗ੍ਰੈਜੂਏਟ ਵਰਕ ਪਰਮਿਟ ਹਾਂਜੀ ਰੀਸੈਂਟਲੀ ਇਸ ਬਾਬਤ ਕੁਝ ਚੇਂਜਸ ਆਈਆਂ ਨੇ ਸਾਡੇ ਦਰਸ਼ਕਾਂ ਨਾਲ ਇਹ ਸਾਂਝੀਆਂ ਕਰਿਓ ਵੀ ਕੀ ਬਦਲਾਵ ਨੇ ਤੇ ਉਹ ਬਦਲਾਵ ਜਿਹੜੇ ਨੇ ਉਹ ਇੰਟਰਨੈਸ਼ਨਲ ਸਟੂਡੈਂਟਸ ਦੇ ਜਿਹੜੇ ਵਰਕ ਪਰਮਿਟ ਨੇ ਉਹਨਾਂ ਨੂੰ ਕਿਵੇਂ ਪ੍ਰਭਾਵਿਤ ਕਰਨਗੇ ਹਾਂਜੀ ਕੋਵਿਡ ਦੇ ਦੌਰਾਨ ਇੰਟਰਨੈਸ਼ਨਲ ਸਟੂਡੈਂਟਸ ਐਂਡ ਜਿਹੜੇ ਵਰਕਰ ਆਲਰੇਡੀ ਕੈਨੇਡਾ ਸੀਗੇ ਉਹਨਾਂ ਵਾਸਤੇ ਬਹੁਤ ਹੀ ਇਮੀਗ੍ਰੇਸ਼ਨ ਰੂਲਸ ਈਜ਼ੀ ਕਰ ਦਿੱਤੇ ਗਏ ਸੀ ਕਿਉਂਕਿ ਇੰਟਰਨੈਸ਼ਨਲ ਟਰੈਵਲ ਰਿਸਟ੍ਰਿਕਸ਼ਨਸ ਕਰਕੇ ਬਾਹਰੋਂ ਤੇ ਇਮੀਗ੍ਰੈਂਟਸ ਆ ਨਹੀਂ ਸੀ ਰਹੇ ਲੇਬਰ ਸ਼ਾਰਟੇਜ ਸੋ ਜਿਹੜੇ ਆਲਰੇਡੀ ਇੱਥੇ ਸੀਗੇ ਫੋਰਨ ਨੈਸ਼ਨਲਸ ਉਹਨਾਂ ਵਾਸਤੇ ਇਮੀਗ੍ਰੇਸ਼ਨ ਈਜ਼ੀ ਕਰਤੀ ਸੀ ਇਹਨਾਂ ਕੈਨੇਡੀਅਨ ਇਕਨੋਮੀ ਦੇ ਵਿੱਚ ਮੇਜਰ ਜਿਹੜਾ ਕੰਟਰੀਬਿਊਸ਼ਨ ਕਰਦਾ ਹੈ ਸਟੂਡੈਂਟਸ ਕਰਦੇ ਨੇ ਇੰਟਰਨੈਸ਼ਨਲ ਸਟੂਡੈਂਟਸ ਕਰਦੇ ਨੇ ਈਵਨ ਜਿਵੇਂ ਤੁਹਾਨੂੰ ਮੈਂ ਦੱਸਿਆ ਮੈਂ ਐਜ਼ ਅ ਸਟੂਡੈਂਟ ਆਈ ਸੀ ਸੋ ਮੈਨੂੰ ਪਤਾ ਹੈ ਕੀ ਪ੍ਰੋਸੀਜਰ ਹੁੰਦਾ ਹੈ ਕੀ ਤੁਹਾਨੂੰ ਡਿਫਿਕਲਟੀਜ਼ ਐਂਡ ਕੀ ਤੁਹਾਡੇ ਪਾਥਵੇਜ਼ ਹੁੰਦੇ ਨੇ ਟੂ PR ਐਂਡ ਦੈਨ ਟੂ ਕੈਨੇਡੀਅਨ ਸਿਟੀਜ਼ਨਸ਼ਿਪ ਜੀ ਸੋ ਇੰਟਰਨੈਸ਼ਨਲ ਸਟੂਡੈਂਟਸ ਆਪਣੀ ਪੜ੍ਹਾਈ ਖਤਮ ਕਰਨ ਤੋਂ ਬਾਅਦ ਪੋਸਟ ਗ੍ਰੈਡ ਵਰਕ ਪਰਮਿਟ ਅਪਲਾਈ ਕਰਦੇ ਨੇ ਜਿਹੜਾ ਕਿ ਨਾਰਮਲੀ ਉਹਨਾਂ ਦੀ ਜੋ ਵੀ ਡਿਊਰੇਸ਼ਨ ਆਫ ਸਟੱਡੀ ਹੁੰਦੀ ਹੈ ਉਹਦੇ ਮੁਤਾਬਿਕ ਉਹਨਾਂ ਨੂੰ ਵਰਕ ਪਰਮਿਟ ਮਿਲਦਾ ਹੈ ਜੀ ਬਟ ਕੋਵਿਡ ਦਾ ਕਰਕੇ ਇਮੀਗ੍ਰੇਸ਼ਨ ਦੇ ਵਿੱਚ ਕਾਫੀ ਡਿਲੇਜ਼ ਆਈਆਂ ਉਹਨਾਂ ਕੋਲ ਵੀ ਕਹਿ ਲਓ ਕਿ ਸ਼ਾਰਟੇਜ ਆਫ ਸਟਾਫ ਰਹੀ ਹੈ ਜਾਂ ਕੁਝ ਵੀ ਵਰਕ ਫਰਮ ਹੋਮ ਸੀ ਕਈ ਕਾਰਨ ਸੀਗੇ ਕਈ ਕਾਰਨ ਸੀ ਪ੍ਰੋਸੈਸਿੰਗ ਬਹੁਤ ਸਲੋ ਰਹੀ ਪ੍ਰੋਸੈਸਿੰਗ ਡਿਲੇ ਹੋ ਗਈ ਐਂਡ ਕਾਫੀ ਬੈਕਲੌਗ ਲੱਗ ਗਿਆ ਉਹਨਾਂ ਦੀਆਂ ਫਾਈਲਾਂ ਦਾ
दैट्स वाई ਜਿਹੜੀ ਨਵੀਂ ਪਾਲਿਸੀਜ਼ ਦੇ ਮੁਤਾਬਿਕ ਜਿਨ੍ਹਾਂ ਕੋਲ ਪੋਸਟ ਗ੍ਰੈਡ ਵਰਕ ਪਰਮਿਟ ਸੀਗਾ ਜਿਹੜੇ ਸਟੂਡੈਂਟਸ ਕੋਲ ਜਿਨ੍ਹਾਂ ਦਾ ਐਕਸਪਾਇਰ ਹੋ ਰਿਹਾ ਸੀ ਫਰਮ ਜਨਵਰੀ 2022 ਤੋਂ ਲੈ ਕੇ ਦਸੰਬਰ 2022 ਐਨੀ ਟਾਈਮ ਬਿਟਵੀਨ ਦਿਸ ਪੀਰੀਅਡ ਉਹ ਦੁਬਾਰਾ ਐਕਸਟੈਂਡ ਕਰ ਸਕਦੇ ਨੇ ਫॉर ਅਨਦਰ 18 ਮਹੀਨੇ। ਕੀ ਬਾਤ ਹੈ। ਭਾਵੇਂ ਉਹਨਾਂ ਦੀ ਪੀਆਰ ਦੀ ਫਾਈਲ ਲੱਗੀ ਹੈ ਭਾਵੇਂ ਨਹੀਂ ਲੱਗੀ ਬਟ ਉਹਨਾਂ ਕੋਲ ਐਕਸਟੈਂਡਡ ਟਾਈਮ ਆ ਗਿਆ ਜਿਹਦੇ ਵਿੱਚ ਕਿ ਆਪਣਾ ਪੀਆਰ ਪਾਉਣ ਦਾ ਸੁਪਨਾ ਸਾਕਾਰ ਕਰ ਸਕਦੇ। ਕੀ ਬਾਤ ਹੈ। ਇਸੇ ਨਾਲ ਰਿਲੇਟਡ ਅਗਲਾ ਸਵਾਲ ਆ। ਹਾਂਜੀ ਸੁਰਪ੍ਰੀਤ ਜੀ, ਤੁਸੀਂ ਦੱਸਿਆ ਕਿ 18 ਮਹੀਨਿਆਂ ਦਾ ਜਿਹੜਾ ਵਰਕ ਪਰਮਿਟ ਆ ਉਸ ਨੂੰ ਐਕਸਟੈਂਡ ਕੀਤਾ ਜਾ ਸਕਦਾ ਵਾ ਅਗਰ ਉਹਨਾਂ ਨੂੰ ਕਿਸੇ ਦਿੱਕਤ ਦੇ ਕਾਰਨ ਅਪਰੂਵਲ ਨਹੀਂ ਆਈ ਜਾਂ ਵੇਟ ਕਰ ਰਹੇ ਨੇ। ਤੇ ਇਹ ਜਿਹੜਾ 18 ਮਹੀਨਿਆਂ ਦਾ ਤੁਸੀਂ ਐਕਸਟੈਂਡ ਕਰਨ ਦੇ ਲਈ ਐਪਲੀਕੇਸ਼ਨ ਪਾਉਣੀ ਆ ਉਹਦਾ ਪ੍ਰੋਸੈਸ ਕੀ ਹੈਗਾ ਵਾ ਔਰ ਉਹਦੇ ਲਈ ਕਿੱਦਾਂ ਦੇ ਡਾਕੂਮੈਂਟਸ ਜਿਹੜੇ ਆ ਉਹ ਅਟੈਚ ਕਰਨ ਦੀ ਲੋੜ ਪੈ ਸਕਦੀ ਹੈ? ਹਾਂਜੀ, ਡਾਕੂਮੈਂਟੇਸ਼ਨ ਬਿਲਕੁਲ ਸੇਮ ਹੀ ਹੋਏਗੀ ਜਿੱਦਾਂ ਤੁਸੀਂ ਆਪਣਾ ਪੋਸਟ ਗ੍ਰੈਡ ਓਪਨ ਵਰਕ ਪਰਮਿਟ ਅਪਲਾਈ ਕਰਦੇ ਹੋ। ਆਨਲਾਈਨ ਐਪਲੀਕੇਸ਼ਨ ਜਾਏਗੀ, ਤੁਸੀਂ ਪੁਰਾਣਾ ਆਪਣਾ ਵਰਕ ਪਰਮਿਟ ਜਿਹੜਾ ਕਿ ਪ੍ਰੂਫ ਹੋਏਗਾ ਤੁਸੀਂ ਆਲਰੇਡੀ ਪਹਿਲਾਂ ਆਪਣੀ ਪੜ੍ਹਾਈ ਪੂਰੀ ਕੀਤੀ ਹੈ, ਆਪਣੀ ਪੜ੍ਹਾਈ ਮੁਤਾਬਿਕ ਜਿੰਨਾ ਤੁਹਾਨੂੰ ਵਰਕ ਪਰਮਿਟ ਮਿਲਿਆ ਹੈ ਨਾਲ ਤੁਸੀਂ ਪਬਲਿਕ ਪਾਲਿਸੀ ਮੈਨੂਅਲਸ ਜੋ ਵੀ ਡਿਸਕ੍ਰਿਪਸ਼ਨ ਹੈ ਜਿਹਦੀ ਬੁਨਿਆਦ ਤੇ ਤੁਹਾਨੂੰ ਐਕਸਟੈਂਸ਼ਨ ਮਿਲ ਰਹੀ ਹੈ ਉਹ ਤੁਸੀਂ ਲਗਾ ਸਕਦੇ ਹੋ। ਜੇ ਤੁਹਾਡੀ ਪੀਆਰ ਦੀ ਫਾਈਲ ਇਨ ਪ੍ਰੋਗਰੈਸ ਹੈ ਯੂ ਕੈਨ ਅਟੈਚ ਆਲ ਦੈਟ ਡਾਕੂਮੈਂਟੇਸ਼ਨ। ਤੁਸੀਂ ਸਾਰੀ ਇੱਕ ਬ੍ਰਾਂਡ ਨਿਊ ਜਿਵੇਂ ਇੱਕ ਵਰਕ ਪਰਮਿਟ ਐਪਲੀਕੇਸ਼ਨ ਜਾਂਦੀ ਹੈ ਸੇਮ ਵੇ ਤੁਹਾਡੀ ਇਹ ਪੀਜੀ ਓਪਨ ਵਰਕ ਪਰਮਿਟ ਐਕਸਟੈਂਸ਼ਨ ਐਪਲੀਕੇਸ਼ਨ ਜਾਏਗੀ। And if you need any assistance, you can contact us at 780-433-0109 to Westcare Immigration Services for any help or assistance. ਮਹਿੰਗਾਈ ਜਿਹੜੀ ਹੈ ਨਾ ਪਿਛਲੇ 2-3 ਸਾਲਾਂ ਦੇ ਵਿੱਚ ਬਹੁਤ ਵਧੀ ਹੈ। ਹਾਂਜੀ, ਹਰੇਕ ਚੀਜ਼ ਦੇ ਵਿੱਚ ਮਹਿੰਗਾਈ ਹੋਈ ਹੈ। ਹਾਂਜੀ, ਤੇ ਇਨਫਲੇਸ਼ਨ ਵਧੀ, ਇਹਨੂੰ ਇਕਨੋਮਿਕਸ ਟਰਮ ਦੇ ਵਿੱਚ ਇਨਫਲੇਸ਼ਨ ਕਹਿ ਦਿੰਦੇ ਆ। ਹਾਂਜੀ। ਸੋ ਕੀ ਇਮੀਗ੍ਰੇਸ਼ਨ ਡਿਪਾਰਟਮੈਂਟ ਵੀ ਇਹਦੇ ਨਾਲ ਪ੍ਰਭਾਵਿਤ ਹੋਇਆ? ਕਿਉਂਕਿ ਮੈਂ ਕਿਤੇ ਦੇਖ ਰਿਹਾ ਸੀ, ਪੜ੍ਹ ਰਿਹਾ ਸੀਗਾ ਕਿ ਜਿਹੜੀਆਂ ਪੀਆਰ ਦੀਆਂ ਐਪਲੀਕੇਸ਼ਨਸ ਵਗੈਰਾ ਹੈਗੀਆਂ ਨੇ ਉਹਦੀ ਜਿਹੜੀ ਇੱਕ ਨਿਰਧਾਰਿਤ ਫੀ ਹੁੰਦੀ ਆ ਉਹ ਵੀ ਵਧਾਉਣ ਜਾ ਰਹੀ ਹੈ ਸਰਕਾਰ, ਉਹ ਦੱਸਿਓ ਕੀ ਹੈਗਾ? ਹਾਂਜੀ, ਲਾਸਟ ਟਾਈਮ ਜਿੰਨਾ ਮੇਰੀ ਮੈਮਰੀ ਰਿਟੇਨ ਕਰਦੀ ਹੈ 2020 ਦੇ ਵਿੱਚ ਇਹਨਾਂ ਨੇ ਪਰਮਾਨੈਂਟ ਰੈਜ਼ੀਡੈਂਸ ਫੀਸ ਵਧਾਈ ਸੀਗੀ ਤੇ ਤਕਰੀਬਨ 2 ਸਾਲ ਦੇ ਬਾਅਦ ਇਹ ਥੋੜਾ ਬਹੁਤਾ ਇਨਕਰੀਜ਼ ਕਰਦੇ ਰਹਿੰਦੇ ਨੇ ਇਮੀਗ੍ਰੇਸ਼ਨ ਫੀਸ ਦੇ ਵਿੱਚ ਟੂ ਮੈਚ ਦ ਇਨਫਲੇਸ਼ਨ। ਜਿੱਦਾਂ ਤੁਸੀਂ ਕਿਹਾ ਕਿ ਮਹਿੰਗਾਈ ਵੱਧਦੀ ਹੈ ਸਾਰਾ ਕੁਝ ਉਹ ਮੈਚ ਕਰਨ ਲਈ 30 ਅਪ੍ਰੈਲ 2022 ਤੋਂ ਪਰਮਾਨੈਂਟ ਰੈਜ਼ੀਡੈਂਟ ਜਿਹੜੀਆਂ ਵੀ ਕੈਟਾਗਰੀਜ਼ ਦੇ ਵਿੱਚ ਤੁਹਾਨੂੰ ਪੀਆਰ ਮਿਲਦੀ ਹੈ ਕੈਨੇਡੀਅਨ ਪੀਆਰ ਉਹਦੇ ਵਿੱਚ ਉਹਨਾਂ ਨੇ ਥੋੜਾ ਇਨਕਰੀਮੈਂਟ ਲਗਾਇਆ ਹੈ। ਕੰਪਲੀਟ ਲਿਸਟ ਅਵੇਲੇਬਲ ਹੋਏਗੀ CIC ਫੀ ਲਿਸਟ ਦੇ ਵਿੱਚ ਕਿ ਕਿਹੜੀ ਕੈਟਾਗਰੀ ਦੇ ਵਿੱਚ ਕਿੰਨਾ ਇਨਕਰੀਜ਼ ਹੋਇਆ। ਬਟ ਯੈਸ ਪੀਆਰ ਐਪਲੀਕੇਸ਼ਨਸ ਦੇ ਵਿੱਚ ਫੀਸ ਦੇ ਵਿੱਚ ਇਨਕਰੀਮੈਂਟ ਹੋਇਆ ਹੈ, ਉਹਨਾਂ ਨੇ ਇਨਕਰੀਮੈਂਟ ਕੀਤਾ ਹੈ, ਵਾਧਾ ਕੀਤਾ ਹੈ ਇਫੈਕਟਿਵ ਫਰਮ 30th April 2022। ਔਰ ਵਾਧਾ ਮੈਂ ਥੋੜਾ ਜਿਹਾ ਦੇਖ ਰਿਹਾ ਸੀਗਾ ਲਿਸਟ ਨੂੰ, ਮੈਨੂੰ ਲੱਗਦਾ ਵੀ ਕਿਤੇ ਰਫਲੀ $15-20 ਤੋਂ ਲੈ ਕੇ $50 ਤੱਕ ਜਿਹੜਾ ਪਰ ਐਪਲੀਕੇਸ਼ਨ ਦੇ ਹਿਸਾਬ ਨਾਲ ਵਾਧਾ ਹੋਇਆ ਵਾ। ਹਾਂਜੀ, ਬਿਲਕੁਲ। ਔਰ ਬਹੁਤੀ ਚਿੰਤਾ ਦੀ ਗੱਲ ਨਹੀਂ ਹੈਗੀ ਆ, ਤੁਸੀਂ ਆਪਣੀ ਐਪਲੀਕੇਸ਼ਨ ਲਾਓ ਤੇ ਕੈਨੇਡਾ ਦੀ ਜਿਹੜੀ ਇਮੀਗ੍ਰੇਸ਼ਨ ਆ ਇਹ ਹਮੇਸ਼ਾ ਹੀ ਤੁਹਾਨੂੰ ਵੈਲਕਮ ਵੀ ਕਰਦੀ ਆ ਤੇ ਵੈਸਟ ਸਕੁਏਅਰ ਇਮੀਗ੍ਰੇਸ਼ਨ ਜਿਹੜੇ ਆ ਇਹ ਵੀ ਤੁਹਾਨੂੰ ਹਰ ਤਰ੍ਹਾਂ ਦੀਆਂ ਸੇਵਾਵਾਂ ਮੁਹੱਈਆ ਕਰਵਾਉਣ ਦੇ ਲਈ ਤਿਆਰ ਨੇ। ਹਾਂਜੀ, ਆਖਰੀ ਸਵਾਲ ਮੈਂ ਪੁੱਛਣਾ ਚਾਹਾਂਗਾ ਜੀ, ਜਿਹੜੀ ਇੱਕ ਹੁੰਦੀ ਆ ਪੇਰੈਂਟਸ ਦੀ ਸਪਾਂਸਰਸ਼ਿਪ, ਹਾਂਜੀ, ਉਹਦੇ ਬਾਰੇ ਕੋਈ ਨਵੀਆਂ ਗਾਈਡਲਾਈਨਸ ਹੋਣ ਜਾਂ ਉਹਦਾ ਪ੍ਰੋਸੈਸ ਕਦੋਂ ਤੋਂ ਸ਼ੁਰੂ ਹੋ ਸਕਦਾ ਵਾ, ਕੀ ਡਾਕੂਮੈਂਟਸ ਚਾਹੀਦੇ, ਉਹਦੇ ਬਾਰੇ ਕੋਈ ਇਨਫੋਰਮੇਸ਼ਨ ਹੈ ਤੇ ਸਾਂਝੀ ਕਰ ਦਿਓ ਜੀ। ਹਾਂਜੀ, ਜਿਹੜੇ ਪਰਮਾਨੈਂਟ ਰੈਜ਼ੀਡੈਂਟਸ ਤੇ ਕੈਨੇਡੀਅਨ ਸਿਟੀਜ਼ਨਸ ਇੱਥੇ ਕੈਨੇਡੀਅਨ ਇਕਨੋਮੀ ਨੂੰ ਕੰਟਰੀਬਿਊਟ ਕਰ ਰਹੇ ਨੇ, ਕੈਨੇਡਾ ਨੇ ਉਹਨਾਂ ਵਾਸਤੇ ਸੁਵਿਧਾ ਦਿੱਤੀ ਹੋਈ ਹੈ ਕਿ ਉਹ ਆਪਣੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਨੂੰ ਇੱਥੇ ਬੁਲਾ ਸਕਦੇ ਨੇ। ਇਹਨੂੰ ਫੈਮਿਲੀ ਯੂਨੀਫਿਕੇਸ਼ਨ ਵੀ ਕਹਿੰਦੇ ਨੇ ਤੇ ਕੈਨੇਡਾ ਇਜ਼ ਨੋਨ ਫॉर ਫੈਮਿਲੀ ਯੂਨੀਫਿਕੇਸ਼ਨ। ਉਹਦੇ ਵਾਸਤੇ ਹਰ ਸਾਲ ਇਹਨਾਂ ਦਾ ਕੁਝ ਸਪੈਸੀਫਿਕ ਕੋਟਾ ਹੁੰਦਾ ਹੈ, ਜਿਵੇਂ ਆਪਾਂ ਸ਼ੁਰੂਆਤ ਦੇ ਵਿੱਚ ਡਿਸਕਸ ਕੀਤਾ ਸੀਗਾ ਕਿ ਹਰ ਕੈਟਾਗਰੀ ਦੇ ਵਿੱਚ ਉਹਨਾਂ ਦਾ ਇੰਨਾ ਕੋਟਾ ਹੁੰਦਾ ਹੈ ਤੇ ਉਹ ਕੋਟਾ ਇਹਨਾਂ ਨੇ ਮੀਟ ਕਰਨਾ ਹੁੰਦਾ ਹੈ ਕਿਉਂਕਿ ਕੈਨੇਡਾ ਦੇ ਵਿੱਚ ਇਮੀਗ੍ਰੈਂਟਸ ਹੀ ਜ਼ਿਆਦਾ ਕੈਨੇਡੀਅਨ ਇਕਨੋਮੀ ਨੂੰ ਬੂਸਟ ਕਰਦੇ ਨੇ। ਬਿਲਕੁਲ। ਸੋ ਉਹਨਾਂ ਨੇ ਹਮੇਸ਼ਾ ਉਹ ਸਾਰੇ ਜ਼ਰੀਏ ਖੋਲ੍ਹਣੇ ਹੁੰਦੇ ਨੇ ਜਿਨ੍ਹਾਂ ਦੇ ਨਾਲ ਹੋਰ ਇਮੀਗ੍ਰੈਂਟਸ ਆ ਸਕਦੇ ਹੋਣ। ਬਿਲਕੁਲ। ਤੇ ਜਿਹੜੇ ਆਲਰੇਡੀ ਇੱਥੇ ਕੈਨੇਡੀਅਨ ਇਕਨੋਮੀ ਨੂੰ ਕੰਟਰੀਬਿਊਟ ਕਰ ਰਹੇ ਨੇ ਉਹਨਾਂ ਦੀ ਫੈਮਲੀਜ਼ ਜਾਂ ਐਕਸਟੈਂਡਡ ਫੈਮਿਲੀ ਮੈਂਬਰਸ ਨੂੰ ਕਿੱਦਾਂ ਰੀਯੂਨਾਈਟ ਕੀਤਾ ਜਾਵੇ। ਸੋ ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਵਨ ਆਫ ਦਾ ਕੈਟਾਗਰੀ ਹੈ ਜਿਹਦੇ ਨਾਲ ਤੁਸੀਂ ਆਪਣੇ ਮਾਂ ਪਿਓ ਜਾਂ ਤੁਸੀਂ ਆਪਣੇ ਦਾਦਾ ਦਾਦੀ ਨਾਨਾ ਨਾਨੀ ਉਹਨਾਂ ਨੂੰ ਇੱਥੇ ਬੁਲਾ ਸਕਦੇ ਹੋ। ਉਹਦੇ ਵਾਸਤੇ ਹਰ ਸਾਲ ਇਹਨਾਂ ਦਾ ਜਿਵੇਂ ਪਿੱਛੇ 2015-16 'ਚ ਇਹਨਾਂ ਦਾ ਲੋਟਰੀ ਸਿਸਟਮ ਸੀਗਾ, ਫਿਰ ਸ਼ਾਇਦ 18-19 ਦੇ ਵਿੱਚ ਇਹਨਾਂ ਨੇ ਫਸਟ ਕਮ ਫਸਟ ਸਰਵ ਬੇਸਿਸ ਕੀਤਾ ਸੀਗਾ। ਸੋ ਇਹ ਚੇਂਜ ਕਰਦੇ ਰਹਿੰਦੇ ਨੇ ਟੂ ਮੀਟ ਕਿ ਵੱਧ ਤੋਂ ਵੱਧ ਇਹਨਾਂ ਦੇ ਵਿੱਚ ਜਿਹੜਾ ਐਪਲੀਕੇਸ਼ਨ ਇਨਟੇਕ ਆ ਉਹ ਕੋਟਾ ਪੂਰਾ ਹੋ ਜਾਵੇ।
ਹੁਣ ਇਹਨਾਂ ਦਾ ਫਿਰ ਲੋਟਰੀ ਸਿਸਟਮ ਚੱਲ ਰਿਹਾ ਹੈ ਐਂਡ ਫॉर 2022 ਇਹਨਾਂ ਦੀ ਹਜੇ ਕੋਈ ਨਵੀਂ ਅਪਡੇਟ ਨਹੀਂ ਆਈ ਬਟ ਆਸ ਹੈ ਕਿ ਬਾਈ ਈਅਰ ਐਂਡ ਅਪਡੇਟ ਆਏਗੀ ਕਿ ਕਦੋਂ ਉਹਨਾਂ ਦਾ ਪ੍ਰੋਗਰਾਮ ਉਹ ਖੁੱਲ ਰਿਹਾ ਹੈ। ਬਿਲਕੁਲ ਜੀ। ਔਰ ਤੁਸੀਂ ਵਧੇਰੇ ਜਾਣਕਾਰੀ ਲੈਣੀ ਹੋਵੇ ਤੇ ਤੁਸੀਂ ਕੈਨੇਡੀਅਨ ਇਮੀਗ੍ਰੇਸ਼ਨ ਦੀ ਵੈਬਸਾਈਟ ਤੇ ਵੀ ਜਾ ਸਕਦੇ ਜੇ ਤੇ ਨਾਲ ਦੇ ਨਾਲ ਵੈਸਟ ਸਕੁਅਰ ਇਮੀਗ੍ਰੇਸ਼ਨ ਜਿਹੜੇ ਆ ਇਹਨਾਂ ਨੂੰ ਵੀ ਸੰਪਰਕ ਕਰ ਸਕਦੇ ਜੇ। ਮੈਂ ਚਾਹਾਂਗਾ ਕਿ ਥੋੜੀ ਜੀ ਜਾਣਕਾਰੀ, ਜਿੱਦਾਂ ਤੁਸੀਂ ਫੈਮਿਲੀ ਰੀਯੂਨੀਫਿਕੇਸ਼ਨ ਦੀ ਗੱਲ ਕੀਤੀ ਆ ਤੇ ਬਹੁਤ ਇਹੋ ਜਿਹੇ ਨੌਜਵਾਨ ਲੜਕੇ ਲੜਕੀਆਂ ਹੁੰਦੇ ਨੇ ਹਰ ਸਾਲ ਇੰਡੀਆ ਜਾਂਦੇ ਨੇ ਜਾਂ ਵੱਖ-ਵੱਖ ਕੰਟਰੀਜ਼ ਵਿੱਚ ਜਾਂਦੇ ਨੇ, ਵਿਆਹ ਕਰਵਾ ਕੇ ਹੁੰਦੇ ਨੇ, ਫਿਰ ਉਹਨਾਂ ਨੇ ਆਪਣੇ ਸਪਾਊਸ ਜਿਹੜੇ ਆ ਉਹ ਇੱਥੇ ਬੁਲਾਉਣੇ ਹੁੰਦੇ ਨੇ। ਉਹਨਾਂ ਦੇ ਕੇਸਾਂ ਦੇ ਵਿੱਚ ਵੀ ਕੋਈ ਹਿਲਜੁਲ ਹੋਈ ਕਿਉਂਕਿ ਕੋਵਿਡ ਦੇ ਦੌਰਾਨ ਕਾਫੀ ਸਲੋ ਪੈ ਗਏ ਸੀ ਕੇਸਿਸ ਦੀ ਪ੍ਰੋਸੈਸ ਜਿਹੜੀ ਹੈ। ਹਾਂਜੀ, ਸੋ ਬੈਕਲੌਗ ਤੇ ਸਾਰੀਆਂ ਫਾਈਲਸ ਦਾ ਲੱਗਾ ਹੀ ਆ। ਸੋ ਪਹਿਲਾਂ 1.8 ਸਮਥਿੰਗ ਬੈਕਲੌਗ ਲੱਗਾ ਸੀਗਾ, ਹੁਣ 2 ਦੇ ਲਾਗੇ ਹੋ ਚੁੱਕਾ ਹੈ ਇਹਨਾਂ ਦਾ ਬੈਕਲੌਗ, 2 ਮਿਲੀਅਨ ਬੈਕਲੌਗ ਲੱਗ ਚੁੱਕਾ ਹੈ ਫਾਈਲਸ ਦੇ ਵਿੱਚ। ਸੋ ਕੁਝ ਐਪਲੀਕੇਸ਼ਨਸ ਇਹ ਕੰਟਰੀ ਟੂ ਕੰਟਰੀ ਵੀ ਡਿਫਰ ਕਰਦਾ ਹੈ, ਕੁਝ ਕੰਟਰੀਜ਼ ਦੇ ਕੇਸ ਟੂ ਕੇਸ ਵੀ ਡਿਫਰ ਕਰਦਾ ਹੈ। ਕੇਸ ਸਮਟਾਈਮਸ ਵਿੱਚ ਜਿਵੇਂ ਜ਼ਿਆਦਾ ਫੈਮਿਲੀ ਮੈਂਬਰਸ ਇਨਵੋਲਵ ਹੋਣ ਉਨਾ ਹੀ ਤੁਹਾਡਾ ਪ੍ਰੋਸੈਸਿੰਗ ਟਾਈਮ ਜ਼ਿਆਦਾ ਲੱਗ ਸਕਦਾ ਹੈ ਕਿਉਂਕਿ ਉਹਨਾਂ ਦੀ ਐਡੀਸ਼ਨਲ ਤੁਹਾਨੂੰ PCC ਕਰਾਉਣੀ ਪੈਂਦੀ ਹੈ, ਮੈਡੀਕਲਸ ਕਰਵਾਉਣੇ ਪੈਂਦੇ ਆ। ਬਟ ਰੀਸੈਂਟ ਅਪਡੇਟ ਦੇ ਮੁਤਾਬਿਕ ਇਹਨਾਂ ਨੇ ਹੁਣ ਸਾਲ ਤੋਂ ਘੱਟ ਦਾ ਪ੍ਰੋਸੈਸਿੰਗ ਟਾਈਮ ਕਰਤਾ ਹੈ ਫॉर ਆਊਟਲਾਈਨ ਸਪਾਂਸਰਸ਼ਿਪ ਐਜ਼ ਵੈਲ। ਐਂਡ ਮੈਂ ਪੇਰੈਂਟਸ ਦੇ ਵਿੱਚ ਐਡ ਕਰਨਾ ਚਾਹਾਂਗੀ, ਪੇਰੈਂਟ ਸਪਾਂਸਰਸ਼ਿਪ ਦੇ ਵਿੱਚ ਕਿ ਜਿਹੜੇ ਇੱਥੇ ਕੈਨੇਡੀਅਨ PR ਤੇ ਕੈਨੇਡੀਅਨ ਸਿਟੀਜ਼ਨਸ ਨੇ ਉਹਨਾਂ ਨੂੰ ਪਿਛਲੇ 3 ਸਾਲਾਂ ਦੀ ਇਨਕਮ ਮੀਟ ਕਰਨੀ ਹੁੰਦੀ ਹੈ ਐਜ਼ ਪਰ देयर ਫੈਮਿਲੀ ਸਾਈਜ਼। ਸੋ ਹਰ ਸਾਲ ਉਹ ਚਾਰਟ ਰੀਨਿਊ ਕਰਦੇ ਨੇ ਜਿਹਨੂੰ ਲੋ ਇਨਕਮ ਕਟ ਆਫ ਚਾਰਟ ਕਹਿੰਦੇ ਨੇ ਕਿ ਜੇ ਤੁਹਾਡੇ ਫੈਮਿਲੀ ਦੇ ਵਿੱਚ 4 ਬੰਦੇ ਨੇ ਤੁਹਾਨੂੰ ਇੰਨੀ ਇਨਕਮ ਮੀਟ ਕਰਨੀ ਹੈ। ਜਿਵੇਂ ਆਪਣੇ ਦੇਸ਼ਾਂ ਦੇ ਵਿੱਚ ਗਰੀਬੀ ਰੇਖਾ ਹੁੰਦੀ ਹੈ, ਗਰੀਬੀ ਰੇਖਾ ਤੋਂ ਉੱਪਰ ਉਹ ਹਰ ਸਾਲ ਇਹਨਾਂ ਦਾ ਇੱਕ ਚਾਰਟ ਉਹ ਇਸ਼ੂ ਕਰਦੇ ਨੇ। ਐਂਡ ਫॉर ਪੇਰੈਂਟਸ ਤੁਹਾਡੇ ਦੇ ਵਿੱਚ ਉਨੀ ਤੁਹਾਨੂੰ ਉਹ ਸ਼ੋਅ ਕਰਨਾ ਪੈਂਦਾ ਹੈ ਕਿ ਤੁਸੀਂ ਆਪਣੇ ਪੇਰੈਂਟਸ ਦਾ ਜਾਂ ਗ੍ਰੈਂਡ ਪੇਰੈਂਟਸ ਦਾ ਤੁਸੀਂ ਉਹ ਖਰਚਾ ਪਾਣੀ ਚੁੱਕ ਸਕਦੇ ਹੋ। ਹਾਂਜੀ, ਸੋ ਹਰ ਸਾਲ ਉਹ ਰੀ-ਇਸ਼ੂ ਕਰਦੇ ਨੇ। ਕੋਵਿਡ ਦੇ ਵਿੱਚ ਉਹਨਾਂ ਨੇ ਇਨਕਮ ਥੋੜੀ ਘੱਟ ਕੀਤੀ ਸੀ, 30% ਜਿਹੜੀ ਐਡ ਕਰਦੇ ਨੇ ਉਹਨਾਂ ਨੇ ਨਹੀਂ ਸੀ ਐਡ ਕੀਤੀ, ਬਟ ਫॉर ਦਿਸ ਈਅਰ 2022 ਉਹਨਾਂ ਨੇ ਹਜੇ ਉਹ ਚਾਰਟ ਡਿਸਕਲੋਜ਼ ਨਹੀਂ ਕੀਤਾ। ਸੁਰਪ੍ਰੀਤ ਜੀ, ਬਹੁਤ ਬਹੁਤ ਧੰਨਵਾਦ ਆ, ਤੁਸੀਂ ਸਮਾਂ ਕੱਢਿਆ ਸਾਡੇ ਸਟੂਡੀਓ ਵਿੱਚ ਔਰ ਕੈਨੇਡੀਅਨ ਇਮੀਗ੍ਰੇਸ਼ਨ ਨਾਲ ਰਿਲੇਟਡ ਵੱਖ-ਵੱਖ ਮੁੱਦਿਆਂ ਪਰ ਬੜੀ ਖੁੱਲ੍ਹ ਕੇ ਗੱਲਬਾਤ ਕੀਤੀ ਹੈ। ਜਾਣ ਤੋਂ ਪਹਿਲਾਂ ਇੱਕ ਵਾਰੀ ਸਾਡੇ ਦਰਸ਼ਕਾਂ ਨਾਲ ਆਪਣਾ ਐਡਰੈਸ ਤੇ ਆਪਣਾ ਫੋਨ ਨੰਬਰ ਦੁਬਾਰਾ ਸ਼ੇਅਰ ਕਰ ਦਿਓ ਜੀ। ਹਾਂਜੀ, ਸਾਡੀ ਇਮੀਗ੍ਰੇਸ਼ਨ ਕੰਸਲਟੈਂਸੀ ਫਰਮ ਦਾ ਨਾਮ ਹੈ ਜੀ ਵੈਸਟ ਸਕੁਅਰ ਇਮੀਗ੍ਰੇਸ਼ਨ ਸਰਵਿਸਿਜ਼ ਲਿਮਿਟਿਡ। ਸਾਡਾ ਆਫਿਸ ਲੋਕੇਟਡ ਹੈ ਜੀ 9488 52 ਐਵੀਨਿਊ ਯੂਨਿਟ 316 ਐਡਮਿੰਟਨ ਐਲਬਰਟਾ। ਈਮੇਲ ਐਡਰੈਸ ਟੂ ਰੀਚ ਆਊਟ ਇਜ਼ info@wsisl.ca and phone number is 780-433-0109. Thank you. ਧੰਨਵਾਦ ਜੀ। Thank you ਵੀਰ ਜੀ। ਸੋ ਇਹ ਸਨ ਵੈਸਟ ਸਕੁਅਰ ਇਮੀਗ੍ਰੇਸ਼ਨ ਤੋਂ ਡਾਇਰੈਕਟਰ ਸੁਰਪ੍ਰੀਤ ਕੌਰ, ਜਿਨ੍ਹਾਂ ਨੇ ਕੈਨੇਡੀਅਨ ਇਮੀਗ੍ਰੇਸ਼ਨ ਨਾਲ ਰਿਲੇਟਡ ਵੱਖ-ਵੱਖ ਮੁੱਦਿਆਂ ਦੇ ਉੱਪਰ ਬੜੇ ਸੋਹਣੇ ਤਰੀਕੇ ਨਾਲ ਗੱਲਬਾਤ ਕੀਤੀ। ਆਸ ਕਰਦੇ ਹਾਂ ਕਿ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਆਉਣ ਵਾਲੇ ਐਪੀਸੋਡ ਵਿੱਚ ਕੁਝ ਹੋਰ ਸ਼ਖਸੀਅਤਾਂ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ। ਤਦ ਤੱਕ ਮਨਜੀਤ ਸਿੰਘ ਫੇਰੂਮਨ ਨੂੰ ਦਿਓ ਜੀ ਇਜਾਜ਼ਤ ਤੇ ਤੁਸੀਂ ਦੇਖਦੇ ਰਹਿਣਾ ਪੰਜਾਬੀ ਨੈਸ਼ਨਲ ਟੈਲੀਵਿਜ਼ਨ। ਉਮੀਦ ਤੁਹਾਡੀ, ਕੋਸ਼ਿਸ਼ ਸਾਡੀ। ਧੰਨਵਾਦ।